सरकार कोई फैसला क्यों नहीं ले पा रही? अगर देखो सरकार ਦੇ ਦਬਾਅ ਤਾਂ ਹੈਗਾ, ਐਡਾ ਵੱਡਾ ਸੰਘਰਸ਼ ਹੈ, ਪਰ ਸਰਕਾਰ ਇੱਕ ਟੁੱਕ ਗੱਲ ਕਿਉਂ ਨਹੀਂ ਨਿਬੇੜ ਰਹੀ? ਜਿਹੜੀ ਅੱਜ ਪ੍ਰਧਾਨ ਮੰਤਰੀ ਨੇ ਮੀਟਿੰਗ ਲਈ ਹੈ ਉਹ ਤੋਂ ਪਹਿਲੀ ਵਾਰੀ ਥੋੜਾ ਜਿਹਾ ਇੱਕ ਇਹ ਮੈਸੇਜ ਜ਼ਰੂਰ ਗਿਆ ਹੈ ਕਿ ਸ਼ਾਇਦ ਸਰਕਾਰ ਸੀਰੀਅਸ ਹੈ। ਉਹਨਾਂ ਦੇ ਆੜ ਹੇਠ ਜਿਵੇਂ ਆਪਾਂ ਕਹਿੰਦੇ ਨਾ ਵੀ ਤਾਰਿਆਂ ਦੀ ਸ਼ਾਮੇ ਸ਼ਾਮੇ ਚੋਰੀ ਕੀਤੀ, ਮਤਲਬ ਉਸ ਕਿਸਮ ਨਾਲ ਇਹਨਾਂ ਨੇ ਬਿੱਲ ਪਾਸ ਕਰਾਇਆ। ਮਤਲਬ ਜਿਹੜੇ ਘੱਟ ਪੜ੍ਹੇ ਲਿਖੇ ਲੋਕ ਨੇ, ਘੱਟ ਸੁਚੇਤ ਲੋਕ ਨੇ, ਇਹ ਉਹਨਾਂ ਨੂੰ ਵੀ ਸਮਝ 'ਚ ਆ ਰਿਹਾ ਹੈ ਕਿ ਇਹਦੇ ਵਿੱਚ ਕੋਈ ਸਰਕਾਰ ਦਾ ਆਪਣਾ ਹਿੱਤ ਹੈ। ਪਹਿਲਾਂ ਮੋਦੀ ਸਾਹਿਬ ਵਿਰੋਧ ਕਰਦੇ ਸੀ ਇਹਨਾਂ ਕਾਨੂੰਨਾਂ ਦਾ। ਜਦੋਂ ਇਹ ਆਰਡੀਨੈਂਸ 5 ਜੂਨ ਤੋਂ ਬਾਅਦ ਆਉਂਦੇ ਨੇ ਤਾਂ ਫਿਰ ਇੱਕ ਸੁਸ਼ਮਾ ਸਵਰਾਜ ਦੀ ਕਲਿੱਪ ਵਾਇਰਲ ਹੁੰਦੀ ਹੈ ਲੋਕ ਸਭਾ ਦੇ ਵਿੱਚ। ਉਹ ਸਪੀਚ ਕਰ ਰਹੇ ਨੇ ਕਿ ਇਹ ਖਤਰਨਾਕ ਨੇ, ਕਿਉਂਕਿ 2006 ਦੇ ਵਿੱਚ ਬਿਹਾਰ ਦਾ ਮੰਡੀ ਬੋਰਡ ਭੰਗ ਕੀਤਾ ਸੀ ਤਾਂ ਕੇਂਦਰ ਦੇ ਵਿੱਚ ਮਨਮੋਹਨ ਸਿੰਘ ਦੀ ਸਰਕਾਰ ਸੀ। ਭਾਵੇਂ ਫਿਰ ਬਾਅਦ 'ਚ ਰਾਹੁਲ ਗਾਂਧੀ ਆ ਕੇ ਰੈਲੀਆਂ ਕਰ ਰਹੇ ਨੇ, ਉਹਨਾਂ ਨੇ ਬਿਹਾਰ ਦਾ ਮੰਡੀ ਬੋਰਡ ਉਹਨਾਂ ਨੇ ਭੰਗ ਕੀਤਾ ਸੀ। ਤਾਂ ਇਹ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਇਹ ਹਿਰਦੇ ਪਰਿਵਰਤਨ ਕਰ ਦਿੰਦੀਆਂ ਨੇ ਸਰਕਾਰਾਂ ਦਾ? ਹੁਣ ਜਿਹੜਾ ਉਹ ਮਹਿੰਦਰ ਸਿੰਘ ਟਕੈਤ ਦੀ ਰੈਲੀ 'ਚ ਰਾਜਨਾਥ ਸਿੰਘ ਕਹਿੰਦਾ ਹੈ ਕਿ ਅਗਰ ਮੈਨੂੰ ਇਹ ਪਹਿਲਾਂ ਪਤਾ ਹੁੰਦਾ ਤਾਂ ਉਸੇ ਦਿਨ ਮੈਂ ਕਿਸਾਨੀ ਦੇ ਅੰਦੋਲਨ 'ਚ ਆ ਕੇ ਖੜਾ ਹੋ ਜਾਣਾ ਸੀ। ਤੇ ਹੁਣ ਵੀ ਰਾਜਨਾਥ ਸਿੰਘ ਬਹੁਤ ਵੱਡੀ ਪਦਵੀ ਤੇ ਹੈ, ਮਤਲਬ ਜਾਂ ਤਾਂ ਉਹ ਕਿਸਾਨਾਂ ਨਾਲ ਆਵੇ ਤੇ ਜਾਂ ਆਪਦੀ ਦਿਖਾਵੇ ਕਿ ਆਪਦੀ ਪਾਰਟੀ ਤੇ ਕੀ ਜ਼ੋਰ ਦੇ ਰਿਹਾ ਹੈ। ਕਿਸੇ ਨੂੰ ਇਹਨਾਂ ਨੇ ਮੁਸਲਮਾਨ ਕਹਿ ਕੇ ਭੰਡਤਾ, ਕਿਸੇ ਨੂੰ ਪਾਕਿਸਤਾਨ ਦਾ ਹੱਥ ਕਹਿ ਕੇ ਭੰਡਤਾ, ਕਿਸੇ ਨੂੰ ਕਾਮਰੇਡ ਕਹਿ ਕੇ ਭੰਡਤਾ। ਇਸ ਅੰਦੋਲਨ ਨੂੰ ਵੀ ਇਹਨਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਇਸ ਨੂੰ ਅਸੀਂ ਇਸ ਤਰ੍ਹਾਂ ਆਪਣਾ ਜਿਹੜਾ ਇਹਨਾਂ ਦਾ IT ਸੈੱਲ ਹੈ ਉਹਦੇ ਰਾਹੀਂ ਪੂਰੀ ਤਰ੍ਹਾਂ ਨਕਾਰਾ ਬਣਾ ਦਿਆਂਗੇ। ਤੇ ਇਹਨਾਂ ਨੇ ਪਹਿਲਾ ਹੱਲਾ ਕੀਤਾ ਇਸ ਅੰਦੋਲਨ ਨੂੰ ਖਾਲਿਸਤਾਨੀ ਹੋਣ ਦਾ। ਤੇ ਹੁਣ ਉਹ ਕਿਸਾਨ ਜਿਹੜੇ ਗੱਲਬਾਤ ਨੂੰ ਆਏ, ਫਿਰ ਜਿਹੜਾ ਵਾਰ-ਵਾਰ ਸਭ ਨੂੰ ਲੱਗਦਾ ਸੀ, ਈਵਨ ਜੇ ਤੁਸੀਂ ਕਹੋ ਮੈਨੂੰ ਵੀ ਇਹ ਲੱਗਦਾ ਸੀ ਕਿ 31 ਜਥੇਬੰਦੀਆਂ ਨੂੰ ਇਕੱਠੇ ਰਹਿਣਾ ਔਖਾ ਕੰਮ ਹੈ। ਚਾਹੇ ਉਹ GST ਦਾ ਹੋਵੇ, ਚਾਹੇ ਉਹ ਮੁੱਦਾ ਜਿਹੜਾ ਡੀਮੋਨੀਟਾਈਜੇਸ਼ਨ ਦਾ, ਨੋਟਬੰਦੀ ਦਾ ਹੋਵੇ, ਜਾਂ ਉਹ ਸ਼ਹੀਨ ਬਾਗ ਦਾ ਅੰਦੋਲਨ ਹੋਵੇ, ਇਹ ਸਾਰੇ ਅੰਦੋਲਨਾਂ 'ਚ ਉਹਨਾਂ ਨੇ ਜਿਹੜਾ BJP ਨੇ ਜਾਂ ਪ੍ਰਧਾਨ ਮੰਤਰੀ ਨੇ, ਸਰਕਾਰ ਨੇ ਆਪਣਾ ਜਿਹੜਾ ਪੱਖ ਹੈ ਉਹ ਇਸ ਤਰ੍ਹਾਂ ਰੱਖਿਆ ਕਿ ਅਸੀਂ ਰਾਸ਼ਟਰਵਾਦੀ ਹਾਂ। ਵੈਸੇ ਨੂੰ ਕਈ ਮੀਡੀਆ ਚੈਨਲ, ਵੱਡੇ ਪੱਤਰਕਾਰ ਨੇ, ਵੱਡੇ ਚੈਨਲਾਂ ਨੇ ਗੱਲਬਾਤ ਕਰਦੇ ਹੋਏ ਡਿਬੇਟ ਦੇ ਵਿੱਚ ਹੁੰਦਾ ਕਿ ਤੁਸੀਂ BJP ਦੀ ਕਿਤੇ ਨਾ ਕਿਤੇ ਮਦਦ ਕਰਦੇ ਹੋ ਅੰਦਰ ਖਾਤੇ। ਉਦਯੋਗਪਤੀਆਂ ਦਾ ਦਬਾਅ ਹੈ ਕੇਂਦਰ ਦੀ ਹਕੂਮਤ ਤੇ BJP ਉੱਤੇ। ਉਹ ਉਦਯੋਗਪਤੀ ਹਿੰਦੁਸਤਾਨ ਦੇ ਉਦਯੋਗਪਤੀ ਨੇ ਜਾਂ ਫਿਰ ਉਹਦੀਆਂ ਤਾਰਾਂ ਇੰਟਰਨੈਸ਼ਨਲ ਲੈਵਲ 'ਤੇ ਵੀ ਜੁੜੀਆਂ ਹੋਈਆਂ ਨੇ। ਪਰ ਕਿਸਾਨਾਂ ਨੇ ਬੜਾ ਸਵਾਦ ਲਿਆਤਾ ਹੈ। ਮਤਲਬ ਹੁਣ ਜਦੋਂ ਵੀ ਉਹ ਗੋਦੀ ਮੀਡੀਆ ਜਦੋਂ ਉੱਥੇ ਜਾਂਦਾ ਹੈ ਨਾ, ਜਦੋਂ ਕਿਸਾਨ ਭਰਾ ਹੱਥ ਬੰਨ ਕੇ ਕਹਿੰਦੇ ਨੇ ਵੀ ਪਲੀਜ਼ ਤੁਸੀਂ ਵਗ ਜਾਓ ਯਾਰ, ਅਸੀਂ ਤੁਹਾਨੂੰ ਵਾਈਟ ਨਹੀਂ ਦੇਣੀ। ਜਿਹੜੇ ਸੰਘਰਸ਼ ਦੇ ਵਿੱਚ ਆਮ ਵਰਕਰ ਆਇਆ ਉਹਦਾ ਲੀਡਰ ਤੇ ਵੀ ਪ੍ਰੈਸ਼ਰ ਆਉਂਦਾ, ਉੱਥੇ ਲੀਡਰਸ਼ਿਪ ਨੂੰ ਵੀ ਲੱਗਦਾ ਵੀ ਸਾਡੀ ਜਵਾਬਦੇਹੀ ਬਣੂਗੀ, ਨਹੀਂ ਅਸੀਂ ਅਗਲੇ ਆਉਣ ਵਾਲੇ ਸਮੇਂ 'ਚ ਅਸੀਂ ਕਿਤੇ ਨਾ ਕਿਤੇ ਮਾਰ ਖਾਵਾਂਗੇ। ਬਿਨ ਸਰਕਾਰ ਨੂੰ ਵੀ ਬਹੁਤ ਔਖਾ ਲੱਗਦਾ ਹੈ, ਕਿਉਂਕਿ ਜਿਹੜਾ ਪ੍ਰਧਾਨ ਮੰਤਰੀ ਨੇ 56 ਇੰਚ ਦਾ ਸੀਨਾ ਬਾਰ-ਬਾਰ ਪ੍ਰਚਾਰਿਆ ਹੈ ਨਾ, ਤੇ ਹੁਣ ਉਹ ਘਟਾ ਕੇ 52 ਦਾ ਕਰਨਾ ਜਾਂ 50 ਦਾ ਕਰਨਾ ਉਹਨਾਂ ਨੂੰ ਵੀ ਬੜਾ ਔਖਾ ਲੱਗਦਾ ਹੋਏਗਾ। ਮਤਲਬ ਦੇਖੋ, ਇਹ ਸੱਚ ਹੈ ਕਿ ਕਿਸਾਨਾਂ ਦੇ ਤਿੰਨੇ ਕਾਨੂੰਨਾਂ 'ਚ ਨਾ ਤਾਂ ਪਹਿਲਾਂ ਕਿਸਾਨਾਂ ਦੀ ਗੱਲ ਸੁਣੀ ਗਈ, ਤੇ ਜੇ ਨਾ ਹੁਣ ਸੁਣੀ ਜਾਂਦੀ ਹੈ ਤੇ ਫਿਰ ਅਸੀਂ ਕਿਵੇਂ ਮੰਨੀਏ, ਆਮ ਪਬਲਿਕ ਕਿਵੇਂ ਮੰਨੂਗੀ ਕਿ ਕਿਸਾਨਾਂ ਦੀ ਕੋਈ ਗੱਲ ਸੁਣੀ ਗਈ? ਸਤਿ ਸ੍ਰੀ ਅਕਾਲ ਦਰਸ਼ਕੋ, ਪੰਜਾਬੀ ਡਾਕ TV ਤੇ ਤੁਹਾਡਾ ਮੈਂ ਗੁਰਜਿੰਦਰ ਸਿੰਘ ਪੰਗੂ ਸਵਾਗਤ ਕਰਦਾ। ਦੋਸਤੋ, ਕਿਸਾਨਾਂ ਦੇ ਨਾਲ ਸਰਕਾਰ ਦੀ ਮੀਟਿੰਗਾਂ ਲਗਾਤਾਰ ਨੇ ਮੀਟਿੰਗਾਂ, ਪਰ ਇਹ ਮੀਟਿੰਗਾਂ ਕਿਸੇ ਤਣ ਪੱਤਣ ਨਹੀਂ ਲੱਗ ਰਹੀਆਂ। ਕਿ ਕੇਂਦਰ ਸਰਕਾਰ ਇਹ ਫੈਸਲੇ ਜੋ ਕੇਂਦਰ ਸਰਕਾਰ ਨੇ 3 ਖੇਤੀ ਕਾਨੂੰਨ ਲਾਗੂ ਕੀਤੇ ਨੇ, ਕਿ ਕੇਂਦਰ ਸਰਕਾਰ ਵਾਪਸ ਕਰਨ ਦੇ ਰੋਹ 'ਚ ਨਹੀਂ ਹੈ। ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਨੇ, ਮੀਟਿੰਗਾਂ ਲਗਾਤਾਰ ਹੋ ਰਹੀਆਂ ਨੇ, ਪਰ ਮੀਟਿੰਗਾਂ ਬੇਸਿੱਟਾ ਰਹਿ ਰਹੀਆਂ ਨੇ, ਕਿਉਂਕਿ ਮੀਟਿੰਗਾਂ ਅਗਲੇ ਦਿਨ 'ਤੇ ਪਾ ਦਿੱਤੀਆਂ ਜਾਂਦੀਆਂ ਨੇ ਕਿ ਅਸੀਂ ਸੋਚ ਕੇ ਵਿਚਾਰ ਕਰਾਂਗੇ। ਬੇਸ਼ੱਕ ਸਰਕਾਰ ਨਰਮ ਪਈ ਹੈ, ਸਰਕਾਰ ਦਬਾਅ ਦੇ ਹੇਠ ਹੈ। ਸਰਕਾਰ ਦਾ ਕਹਿਣਾ ਕਿ ਤੁਸੀਂ ਸਾਥੋਂ MSP ਲਿਖਵਾ ਕੇ ਲੈ ਲਓ, MSP ਖਤਮ ਨਹੀਂ ਹੋਵੇਗੀ, ਪਰ ਕਿਸਾਨਾਂ ਦਾ ਕਹਿਣਾ ਕਿ ਲੜਾਈ MSP ਦੇ ਨਹੀਂ ਹੈ। MSP ਦਾ ਤਾਂ ਆਰਡੀਨੈਂਸ ਦੇ ਵਿੱਚ ਵੀ ਕਿਤੇ ਵੇਰਵਾ ਨਹੀਂ ਹੈ ਕਿ MSP ਖਤਮ ਨਹੀਂ ਹੋਵੇਗੀ। ਪਰ ਅੱਜ ਫਿਰ ਮੀਟਿੰਗ ਹੈ, 5 ਦਸੰਬਰ ਦੇ ਦਿਨ ਮੀਟਿੰਗ ਹੈ। 8 ਦਸੰਬਰ ਨੂੰ ਕਿਸਾਨਾਂ ਨੇ ਸੱਦਾ ਦਿੱਤਾ ਕਿ ਅਸੀਂ ਭਾਰਤ ਬੰਦ ਦਾ ਐਲਾਨ ਕਰਦੇ ਹਾਂ, ਕਿਉਂਕਿ ਖੇਤੀ ਕਾਨੂੰਨਾਂ ਦੀ ਲੜਾਈ ਇਕੱਲੇ ਪੰਜਾਬ ਦੀ ਲੜਾਈ ਨਹੀਂ ਹੈ, ਹਰਿਆਣਾ ਦੀ ਲੜਾਈ ਨੇ। ਹੁਣ ਤਾਂ ਅਲੱਗ-ਅਲੱਗ ਸੂਬਿਆਂ ਦੇ ਵਿੱਚੋਂ ਦਿੱਲੀ ਕਿਸਾਨ ਪਹੁੰਚ ਕਰ ਰਹੇ ਨੇ ਅਤੇ ਸਰਕਾਰ ਘਿਰਦੀ ਹੋਈ ਨਜ਼ਰ ਆ ਰਹੀ ਹੈ।
ਪ੍ਰਧਾਨ ਮੰਤਰੀ ਨੇ ਵੀ ਕੈਬਨਿਟ ਦੇ ਆਪਣੇ ਮੰਤਰੀਆਂ ਨਾਲ ਮੀਟਿੰਗ ਕੀਤੀ ਹੈ, ਕਿਉਂਕਿ ਇਹ ਗੱਲ ਤਾਂ ਕਿਸੇ ਤਣ ਪੱਤਣ ਕਿਸੇ ਫੈਸਲੇ ਤੇ ਲੈ ਕੇ ਜਾਣੀ ਪੈਣੀ ਹੈ। ਕਦੋਂ ਤੱਕ ਐਂ ਚੱਲਦਾ ਰਹਿਣਾ। ਕੁਝ ਦਿਨ ਪਹਿਲਾਂ ਅਸੀਂ ਆਪਣੇ ਚੈਨਲ ਤੇ ਪੰਜਾਬੀ ਡਾਕ ਤੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਸਾਬਕਾ ਪ੍ਰੋਫੈਸਰ ਰਾਣਾ ਸਿੰਘ ਧਾਲੀਵਾਲ ਨਾਲ ਗੱਲਬਾਤ ਕੀਤੀ ਸੀ ਕਿਸਾਨੀ ਮਸਲੇ ਤੇ। ਉਸ ਮੀਟਿੰਗ ਨੂੰ, ਉਸ ਮੁਲਾਕਾਤ ਨੂੰ ਤੁਸੀਂ ਵਾਹਲਾ ਪਸੰਦ ਕੀਤਾ। ਪ੍ਰੋਫੈਸਰ ਸਾਹਿਬ ਦੀਆਂ ਗੱਲਾਂ ਸੀ, ਬੜੀ ਪੁਆਇੰਟ ਟੂ ਪੁਆਇੰਟ ਗੱਲਾਂ ਸੀ, ਜੋ ਅਸਲ ਦੇ ਵਿੱਚ ਉਹ ਜੜ ਸੀ ਉਹਨਾਂ ਆਰਡੀਨੈਂਸਾਂ ਦੀ, ਖੇਤੀ ਸੰਘਰਸ਼ਾਂ ਦੀ, ਕਿਸਾਨਾਂ ਦੀ। ਜੋ ਇਹ ਮੁਲਾਕਾਤ ਸੀ, ਜੋ ਉਹ ਇੰਟਰਵਿਊ ਸੀ। ਅੱਜ ਫਿਰ ਅਸੀਂ ਮੀਟਿੰਗਾਂ ਨੂੰ ਲੈ ਕੇ ਪ੍ਰੋਫੈਸਰ ਸਾਹਿਬ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਸਰਕਾਰ ਕੋਈ ਫੈਸਲਾ ਕਿਉਂ ਨਹੀਂ ਲੈ ਰਹੀ। ਪ੍ਰੋਫੈਸਰ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਪੰਜਾਬੀ ਡਾਕ 'ਤੇ। ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ ਵੀ ਜੀ। ਜੋ ਇਹ ਕਿਸਾਨਾਂ ਦੀ ਮੀਟਿੰਗਾਂ ਲਗਾਤਾਰ ਜਾਰੀ ਨੇ ਆਪਣਾ ਕੇਂਦਰ ਸਰਕਾਰ ਤੇ ਕਿਸਾਨਾਂ ਦੀਆਂ, ਸਰਕਾਰ ਕੋਈ ਫੈਸਲਾ ਕਿਉਂ ਨਹੀਂ ਲੈ ਪਾ ਰਹੀ। ਆਖਰ ਸਰਕਾਰ ਦੇਖੋ, ਸਰਕਾਰ ਦੇ ਦਬਾਅ ਤਾਂ ਹੈਗਾ, ਐਡਾ ਵੱਡਾ ਸੰਘਰਸ਼ ਹੈ, ਪਰ ਸਰਕਾਰ ਇੱਕ ਟੁੱਕ ਗੱਲ ਕਿਉਂ ਨਹੀਂ ਨਿਬੇੜ ਰਹੀ। ਦੇਖੋ, ਪਹਿਲੀ ਗੱਲ ਤਾਂ ਇਹਦੇ ਵਿੱਚ ਇਹ ਹੈ ਕਿ ਜਿਹੜੀ ਇਹ ਸਰਕਾਰ ਹੈ, ਇਹ ਬਹੁਤ ਹੀ ਵੱਡੀ ਮੈਜੋਰਟੀ ਨਾਲ ਇਹਨੂੰ ਵੋਟਾਂ ਮਿਲੀਆਂ ਤੇ ਉਹਦੇ ਨਾਲ ਸੀਟਾਂ ਮਿਲੀਆਂ। ਵੋਟਾਂ ਤਾਂ ਸ਼ਾਇਦ ਘੱਟ ਮਿਲੀਆਂ, ਪਰ ਸੀਟਾਂ ਬਹੁਤ ਜ਼ਿਆਦਾ ਮਿਲੀਆਂ, ਜਿਹਦੇ ਕਰਕੇ ਸਰਕਾਰ ਨੂੰ ਮੈਂ ਇਹ ਸਮਝਦਾ ਕਿ ਹੰਕਾਰ ਹੋ ਗਿਆ। ਜਿਹੜਾ ਸਰਕਾਰ ਦੇ ਵਿੱਚ ਮੰਤਰੀਆਂ ਨੂੰ, ਪ੍ਰਧਾਨ ਮੰਤਰੀ ਜੀਆਂ ਨੂੰ ਇਹ ਇਸ ਤਰ੍ਹਾਂ ਦੀ ਹੰਕਾਰ ਵਾਲੀ ਗੱਲ ਨਹੀਂ ਚਾਹੀਦੀ, ਕਿਉਂਕਿ ਸਰਕਾਰ ਜਿਹੜੀ ਲੋਕਤੰਤਰ ਗਵਰਨਮੈਂਟ ਹੁੰਦੀ ਹੈ, ਉਹਦੇ ਲਈ ਸਪੈਸ਼ਲੀ ਇਹ ਤੇ ਪਬਲਿਕ ਦੀ, ਲੋਕਾਂ ਦੀ ਸਲਾਹ ਨਾਲ ਚੱਲਣ ਲਈ ਸਰਕਾਰ ਬਣੀ ਹੁੰਦੀ ਹੈ। ਸੋ ਜਦੋਂ ਹੀ ਇਹਨਾਂ ਨੇ ਕਿਸਾਨੀ ਬਿੱਲ ਲੈ ਕੇ ਆਇਆ ਆਪਣੇ, ਉਸ ਦੇ ਵਿੱਚ ਵਿਰੋਧੀ ਧਿਰਾਂ ਨੇ ਵੀ ਸਮੇਂ-ਸਮੇਂ 'ਤੇ ਖਾਸਾ ਵਿਰੋਧ ਕੀਤਾ। ਇਹ ਕਿਹਾ ਗਿਆ ਕਿ ਕਮੇਟੀਆਂ 'ਚ ਦੀ ਕਿਸਾਨਾਂ ਨਾਲ ਵੀ ਸਲਾਹ ਹੋਣੀ ਚਾਹੀਦੀ ਹੈ, ਕਮੇਟੀਆਂ 'ਚ ਭੇਜ ਕੇ ਹੋਰ ਘੋਖ ਹੋਣੀ ਚਾਹੀਦੀ ਹੈ। ਸਰਕਾਰ ਨੇ ਬਜਿੱਦ ਹੋ ਕੇ ਪਹਿਲੀ ਗੱਲ ਤਾਂ ਅਧਿਆਦੇਸ਼ ਜਾਰੀ ਕੀਤਾ। ਅਧਿਆਦੇਸ਼ ਸਿਰਫ ਐਮਰਜੈਂਸੀ 'ਚ ਜਾਰੀ ਕੀਤੇ ਜਾਂਦੇ ਨੇ, ਉਹਦੀ ਕੋਈ ਜ਼ਰੂਰਤ ਨਹੀਂ ਸੀ। ਉਹ ਅਧਿਆਦੇਸ਼ ਜਾਰੀ ਕਰਕੇ ਫਿਰ ਕਰੋਨਾ ਦੇ ਆੜ ਹੇਠ, ਜਿਵੇਂ ਆਪਾਂ ਕਹਿੰਦੇ ਨਾ ਵੀ ਤਾਰਿਆਂ ਦੀ ਛਾਵੇਂ ਚੋਰੀ ਕੀਤੀ, ਮਤਲਬ ਉਸ ਕਿਸਮ ਨਾਲ ਇਹਨਾਂ ਨੇ ਬਿੱਲ ਪਾਸ ਕਰਾਇਆ। ਇਹ ਤੇ ਕੁਐਸਚਨ ਆਵਰ ਵੀ ਘਟਦਾ, ਕੁਐਸਚਨ ਹੋਰ ਨਹੀਂ ਹੋਣੇ, ਬਹਿਸ ਜ਼ਿਆਦਾ ਨਹੀਂ ਹੋਣੀ, ਡਿਬੇਟ ਲੰਬੀ ਨਹੀਂ ਹੋਏਗੀ, ਥੋੜ੍ਹੇ ਸਮੇਂ ਦਾ ਸੈਸ਼ਨ ਬੁਲਾ ਕੇ ਸਾਰਾ ਕੁਝ ਕੀਤਾ ਗਿਆ, ਜਿਹਦੇ ਵਿੱਚੋਂ ਸਾਫ਼ ਜ਼ਾਹਰ ਇਹ ਹੋ ਰਿਹਾ ਹੈ ਆਮ ਪਬਲਿਕ ਨੂੰ, ਮਤਲਬ ਜਿਹੜੇ ਘੱਟ ਪੜ੍ਹੇ ਲਿਖੇ ਲੋਕ ਨੇ, ਘੱਟ ਸੁਚੇਤ ਲੋਕ ਨੇ, ਇਹ ਉਹਨਾਂ ਨੂੰ ਵੀ ਸਮਝ 'ਚ ਆ ਰਿਹਾ ਹੈ ਕਿ ਇਹਦੇ ਵਿੱਚ ਕੋਈ ਸਰਕਾਰ ਦਾ ਆਪਣਾ ਹਿੱਤ ਹੈ। ਉਹ ਆਪਣਾ ਹਿੱਤ ਕੀ ਹੋ ਸਕਦਾ ਹੈ? ਕੁਦਰਤੀ ਹੈ। ਉਹ ਇਹ ਹੈ ਕਿ ਇਹਦੇ ਵਿੱਚ ਜਿਹੜੇ ਕਾਰਪੋਰੇਟ ਘਰਾਣਿਆਂ ਨੂੰ ਇਸ ਬਿੱਲ ਦਾ ਫਾਇਦਾ ਹੁੰਦਾ ਹੈ, ਇਹਨਾਂ ਨੇ ਮੇਨ ਫੋਕਸ ਉਹਨਾਂ ਨੂੰ ਫਾਇਦਾ ਦੇਣ ਦੀ ਗੱਲ 'ਤੇ ਜ਼ੋਰ ਦਿੱਤਾ। ਪਰੰਤੂ ਕਿਸਾਨਾਂ ਵੱਲੋਂ ਜਿਹੜਾ ਇਹ ਸੰਘਰਸ਼ ਸ਼ੁਰੂ ਕੀਤਾ ਗਿਆ, ਅੱਛਾ, ਇਹ ਸਰਕਾਰ ਦਾ ਵੀ ਇੱਕ ਪੁਰਾਣਾ ਤਜਰਬਾ ਹੈ, ਜਿਹੜਾ ਪਿਛਲੇ 5 ਸਾਲਾਂ ਦੀ ਸਰਕਾਰ ਚੱਲੀ। ਇਹਨਾਂ ਨੇ ਇੱਕ ਤਜਰਬੇ ਦੇ ਤਹਿਤ ਹਰ ਇੱਕ ਅੰਦੋਲਨ ਨੂੰ, ਚਾਹੇ ਉਹ JNU 'ਚ ਹੋਇਆ ਹੋਵੇ, ਚਾਹੇ ਉਹ ਸ਼ਹੀਨ ਬਾਗ ਦਾ ਹੋਵੇ, ਜਾਂ ਕੋਈ ਹੋਰ ਅੰਦੋਲਨ ਜਿਹੜਾ ਵੀ ਇਹਨਾਂ ਦੇ ਖਿਲਾਫ ਹੋਇਆ, ਆਪਣੇ ਜਿਹੜੇ ਛੱਤੀਸਗੜ੍ਹ ਵਗੈਰਾ 'ਚ ਜਿੱਥੇ ਕੋਈ ਰੂਰਲ ਏਰੀਆ ਦੇ ਵਿੱਚ ਜੋ ਅੰਦੋਲਨ ਹੋਏ, ਉਹਨਾਂ ਨੂੰ ਨਕਸਲਵਾਦੀ ਕਹਿ ਕੇ ਭੰਡਤਾ, ਕਿਸੇ ਨੂੰ ਇਹਨਾਂ ਨੇ ਮੁਸਲਮਾਨ ਕਹਿ ਕੇ ਭੰਡਤਾ, ਕਿਸੇ ਨੂੰ ਪਾਕਿਸਤਾਨ ਦਾ ਹੱਥ ਕਹਿ ਕੇ ਭੰਡਤਾ, ਕਿਸੇ ਨੂੰ ਕਾਮਰੇਡ ਕਹਿ ਕੇ ਭੰਡਤਾ। ਇਸ ਅੰਦੋਲਨ ਨੂੰ ਵੀ ਇਹਨਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਇਸ ਨੂੰ ਅਸੀਂ ਇਸ ਤਰ੍ਹਾਂ ਆਪਣਾ ਜਿਹੜਾ ਇਹਨਾਂ ਦਾ IT ਸੈੱਲ ਹੈ, ਉਹਦੇ ਰਾਹੀਂ ਪੂਰੀ ਤਰ੍ਹਾਂ ਨਕਾਰਾ ਬਣਾ ਦਿਆਂਗੇ। ਅਤੇ ਇਹਨਾਂ ਨੇ ਪਹਿਲਾ ਹੱਲਾ ਕੀਤਾ ਇਸ ਅੰਦੋਲਨ ਨੂੰ ਖਾਲਿਸਤਾਨੀ ਹੋਣ ਦਾ। ਅਤੇ ਖਾਲਿਸਤਾਨੀ ਹੋਣ ਦਾ ਪ੍ਰਮਾਣ ਕੋਈ ਨਹੀਂ, ਸਿਰਫ ਇਹ ਹੈ ਕਿ ਜਕਾਰੇ ਲਾਉਣੇ ਨੂੰ ਇਹਨਾਂ ਨੇ ਕਿਹਾ ਜੀ ਇਹਨੂੰ ਖਾਲਿਸਤਾਨ ਨਾਲ ਜੋੜ ਦਿਓ, ਜਦੋਂ ਕਿ ਪੰਜਾਬ ਦਾ ਸੱਭਿਆਚਾਰ ਤਾਂ ਇਹ ਹੈ ਕਿ ਇੱਥੇ ਤੇ ਜੇ ਕੋਈ ਕਬੱਡੀ ਦੇ ਟੂਰਨਾਮੈਂਟ 'ਚ ਬੰਦਾ ਪੁਆਇੰਟ ਲੈ ਜੇ, ਉੱਥੇ ਬੋਲੋ ਸੋ ਨਿਹਾਲ ਦਾ ਜਕਾਰਾ ਲੱਗ ਜਾਂਦਾ ਹੈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਇਹ ਜਕਾਰਾ ਜਿਹੜਾ ਇਹਦਾ ਖਾਲਿਸਤਾਨ ਨਹੀਂ ਕਹਿ ਦੇਣਾ, ਮੈਨੂੰ ਨਹੀਂ ਲੱਗਦਾ ਇਹ ਪੰਜਾਬੀ ਸੱਭਿਆਚਾਰ ਦਾ ਪਾਰਟ ਹੈ। ਸੋ ਇਸ ਕਰਕੇ ਸਰਕਾਰ ਨੇ ਸ਼ੁਰੂ 'ਤੇ ਜਿਹੜਾ ਉਹ ਹਮਲਾ ਕੀਤਾ, ਉਹ ਹਮਲੇ ਦੇ ਰਿਐਕਸ਼ਨ ਦੇ ਵਿੱਚ ਕਿਸਾਨ ਹੋਰ ਤਕੜੇ ਹੋਏ। ਅਤੇ ਦੂਜਾ, ਇਹਨਾਂ ਨੇ ਨਾ ਇੱਕ ਮੁੱਢਲੇ ਲੈਵਲ 'ਤੇ, ਹਾਲਾਂਕਿ ਕਿਸਾਨਾਂ ਨੂੰ ਜਾਂ ਕਿਸਾਨ ਆਗੂਆਂ ਨੂੰ ਇਹ ਗੱਲ ਦੀ ਸਮਝ ਸੀਗੀ ਕਿ ਸਰਕਾਰ ਨੇ ਸਾਡੇ ਨਾਲ ਛੇਤੀ ਗੱਲ ਕਿਸੇ ਪਾਸੇ ਲਾਉਣੀ ਨਹੀਂ, ਅਤੇ ਇਹਨਾਂ ਨੇ ਉਹਨਾਂ ਨੂੰ ਭੰਡਣਾ ਸ਼ੁਰੂ ਕੀਤਾ ਜੀ ਵੀ ਸਾਡੇ ਕੋਲੇ ਤਾਂ ਇਹ ਗੱਲਬਾਤ ਨੂੰ ਹੀ ਨਹੀਂ ਆਉਂਦੇ। ਅਤੇ ਹੁਣ ਉਹ ਕਿਸਾਨ ਜਿਹੜੇ ਗੱਲਬਾਤ ਨੂੰ ਆਏ, ਫਿਰ ਜਿਹੜਾ ਵਾਰ-ਵਾਰ ਸਭ ਨੂੰ ਲੱਗਦਾ ਸੀ, ਈਵਨ ਜੇ ਤੁਸੀਂ ਕਹੋ ਮੈਨੂੰ ਵੀ ਇਹ ਲੱਗਦਾ ਸੀ ਕਿ 31 ਜਥੇਬੰਦੀਆਂ ਨੂੰ ਇਕੱਠੇ ਰਹਿਣਾ ਔਖਾ ਕੰਮ ਹੈ। ਉਹਨਾਂ ਦੇ ਆਪਣੇ ਹਿੱਤ ਹੁੰਦੇ ਨੇ, ਬੜਾ ਕੁਛ ਹੁੰਦਾ ਉਹਨਾਂ ਦੇ ਪਿੱਛੇ ਜਿਹੜਾ ਚੱਲਦਾ ਹੈ। ਮਤਲਬ 31 ਤੋਂ ਵੀ ਵੱਧ ਹੁਣ ਤਾਂ ਸਾਰੇ ਹਿੰਦੁਸਤਾਨ ਦੀਆਂ ਪਤਾ ਨਹੀਂ 500 ਦੇ ਨੇੜੇ ਤੇੜੇ ਕੋਈ ਜਥੇਬੰਦੀਆਂ ਨੇ ਜਿਨ੍ਹਾਂ ਦੀ ਸਪੋਰਟ ਹੈ। ਪਰ 31 ਨੂੰ ਤਾਂ ਆਪਾਂ ਇਹ ਮੰਨੀਏ ਨਾ ਕਿ ਉਹ ਤਾਂ ਸਾਰੇ ਇਕੱਠੇ ਹੋ ਕੇ ਗੱਲਬਾਤ ਕਰਨ ਦੇ ਵਿੱਚ ਸਾਰੇ ਫੈਸਲੇ ਲੈਂਦੀਆਂ ਨੇ। ਹੁਣ ਉਹਦੇ ਵਿੱਚ ਹੋਰ ਵੀ ਹਿੰਦੁਸਤਾਨ ਦੀਆਂ ਕੁਛ ਜਥੇਬੰਦੀਆਂ ਰਲ ਗਈਆਂ।
ਉਹ 31 ਜਥੇਬੰਦੀਆਂ ਦੇ ਵਿੱਚ ਇਹਨਾਂ ਨੂੰ ਆਪਦੇ ਆਪ ਦੇ ਪੁਰਾਣੇ ਤਜਰਬੇ ਦੇ ਵਿੱਚੋਂ ਬੜਾ ਭਰੋਸਾ ਸੀ ਕਿ ਅਸੀਂ ਇਹਨਾਂ 'ਚੋਂ ਬੰਦੇ ਪੱਟ ਲਾਂਗੇ। ਪਰ ਉਹਨਾਂ ਦੀ ਜਿਹੜੀ ਹੋਂਦ ਹੈ ਨਾ, ਉਹ ਜਿਹੜੀ ਮਰਜ਼ੀ ਧਿਰ ਦੇ ਹੋਣ, ਉਹਨਾਂ ਦੀ ਹੋਂਦ ਵੀ ਇਸੇ ਗੱਲ ਤੇ ਲੱਗੀ ਪਈ ਹੈ ਕਿ ਕਿਸਾਨ ਬਚਦੇ ਨੇ ਜਾਂ ਨਹੀਂ ਉਹਨਾਂ ਦਾ ਕਿਸਾਨ 'ਚ ਕੁਝ ਨਹੀਂ ਰਹਿਣਾ। ਸੋ ਇਸ ਕਰਕੇ ਦੂਜਾ ਮੈਨੂੰ ਇਹ ਲੱਗਦਾ ਕਿ ਪਹਿਲੀ ਵਾਰੀ ਉਹ ਲੀਡਰਸ਼ਿਪ ਨੇ ਵੀ ਦਿਖਾਇਆ ਕਿ ਬਹੁਤ ਹੀ ਸੁਚੱਜੇ ਤਰੀਕੇ ਨਾਲ ਉਹਨਾਂ ਨੇ, ਮੇਰਾ ਖਿਆਲ ਹੈ ਜਿਹੜੀ ਪਿਛਲੀ ਮੀਟਿੰਗ ਦੇ ਮੈਂ ਉਹ ਪੜ੍ਹ ਰਿਹਾ ਸੀ ਮਿੰਟਸ, ਕਿ ਲਗਭਗ 1.5 ਘੰਟਾ ਸਰਕਾਰ ਬੋਲੀ ਗਈ ਔਰ ਉਹਨਾਂ ਨੇ ਬੜੇ ਠਰੰਮੇ ਨਾਲ ਸੁਣਿਆ ਤੇ ਅੰਤ ਤੇ ਬੜਾ ਆਰਾਮ ਨਾਲ ਕਹਿ ਦਿੱਤਾ ਕਿ ਕਾਨੂੰਨ ਵਾਪਸ ਲੈਣ ਤੋਂ ਬਿਨਾਂ ਸਾਡੀ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਹੋਊਗੀ। ਅਦਰਵਾਈਜ਼ ਜੇ ਇਹੀ ਗੱਲ ਉਹ ਵਿਚਾਲੇ ਬੋਲਦੇ ਤਾਂ ਮੈਨੂੰ ਲੱਗਦਾ ਕਿ ਸਰਕਾਰ ਨੈਗੋਸ਼ੀਏਸ਼ਨ ਦੇ ਵਿੱਚ ਚਾਹੁੰਦੀ ਹੁੰਦੀ ਹੈ ਕਿ ਬੰਦਿਆਂ ਨੂੰ ਪ੍ਰਵੋਕ ਕਰੋ। ਹੁਣ ਤੱਕ ਉਹ ਜਿਹੜੀ ਲੀਡਰਸ਼ਿਪ ਹੈ ਪ੍ਰਵੋਕ ਨਹੀਂ ਹੋਈ ਔਰ ਅੱਜ ਵੀ ਇਹੀ ਲੱਗਦਾ, ਅੱਜ ਵੀ ਉਹ ਕਹਿ ਕੇ ਗਏ ਨੇ ਕਿ ਸਾਨੂੰ ਬਹੁਤ ਜ਼ਿਆਦਾ ਆਸ ਕੋਈ ਨਹੀਂ, ਪਰ ਇਹ ਸੰਕੇਤ ਜ਼ਰੂਰ ਦਿਸ ਰਹੇ ਨੇ ਕਿ ਅੱਜ ਸਰਕਾਰ 'ਤੇ ਦਬਾਅ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਇੱਕ ਜੈਸਚਰ ਜਿਹਾ ਦਿੱਤਾ ਕਿ ਅਮਿਤ ਸ਼ਾਹ, ਰਾਜਨਾਥ ਸਿੰਘ ਉਹ ਆਉਣਗੇ, ਮੀਟਿੰਗ 'ਚ ਆਉਣਗੇ, ਪਿਛਲੀ ਮੀਟਿੰਗ 'ਚ ਜਿਹੜੀ 3 ਤਰੀਕ ਵਾਲੀ ਸੀ, ਪਰ ਉਹ ਨਹੀਂ ਆਏ। ਉਸ ਤੋਂ ਬਾਅਦ ਅੱਜ ਜਿਹੜੀ ਮੈਨੂੰ ਇਹ ਲੱਗ ਰਿਹਾ ਕਿ ਅੱਜ ਜਿਹੜੀ ਪ੍ਰਧਾਨ ਮੰਤਰੀ ਨੇ ਪਹਿਲਾਂ ਮੀਟਿੰਗ ਲੈਣੀ ਹੈ, ਉਹ ਪਬਲਿਕ ਦੇ ਵਿੱਚ, ਇਹ ਕਿਸਾਨਾਂ ਦੇ ਵਿੱਚ ਜੋਸ਼ ਵੀ ਲੈ ਕੇ ਆਏਗੀ ਔਰ ਉਹ ਤੋਂ ਲੱਗਦਾ ਹੈ ਕਿ ਸਰਕਾਰ 'ਤੇ ਵੱਡਾ ਦਬਾਅ ਹੈ। ਜਿਹੜੀ ਗੱਲ ਤੁਸੀਂ ਇਹ ਪੁੱਛੀ ਹੈ ਨਾ ਵੀ ਇਹ ਗੱਲ ਕਿਸੇ ਪਾਸੇ ਲੱਗ ਕਿਉਂ ਨਹੀਂ ਰਹੀ, ਉਹ ਲੱਗ ਇਸ ਕਰਕੇ ਨਹੀਂ ਰਹੀ ਕਿ ਸਰਕਾਰ ਸ਼ਿਫਟ ਕਰ ਰਹੀ ਹੈ। ਸਰਕਾਰ ਵੈਸੇ ਹੀ ਕਹਿ ਰਹੀ ਹੈ ਕਿ ਜੀ ਅਸੀਂ ਇੰਨੀ ਕੁ ਸੋਧ ਕਰ ਦਿਆਂਗੇ ਜਾਂ ਤੁਹਾਡੀ ਈਵਨ ਸਰਕਾਰ ਹੋ ਸਕਦਾ ਲਿਖ ਕੇ ਦੇਣ ਨੂੰ ਵੀ ਤਿਆਰ ਹੋ ਜਾਵੇ ਜਿਹੜੀ ਆਪਣੀ MSP ਦੇ ਸੰਬੰਧ 'ਚ। ਪਰ ਮੈਨੂੰ ਲੱਗਦਾ ਉਹ ਗੱਲ ਹੁਣ ਨਿਕਲ ਚੁੱਕੀ ਹੈ। ਕਿਸਾਨਾਂ ਨੂੰ ਹੁਣ ਇਹਨਾਂ ਬਿੱਲਾਂ ਦੀ ਵਾਪਸੀ ਤੋਂ ਬਿਨਾਂ ਕਿਸਾਨ ਜਿਹੜੀ ਅਗਵਾਈ ਦੇ ਰਹੀ ਹੈ ਪਾਰਟੀ ਜਾਂ ਜ਼ਿੰਮੇਵਾਰ ਲੋਕ, ਉਹਨਾਂ ਕੋਲ ਵੀ ਕੋਈ ਚਾਰਾ ਨਹੀਂ, ਕਿਉਂਕਿ ਪਿੱਛੇ ਕਿਸਾਨ ਨੇ ਜਿਹੜਾ ਜਥੇਬੰਦਕ ਢਾਂਚਾ ਬਣਿਆ ਹੈ, ਉਹਨਾਂ ਦਾ ਵੀ ਇਹ ਪ੍ਰੈਸ਼ਰ ਹੈ ਕਿ ਹੁਣ ਇਦੋਂ ਘੱਟ ਤੁਸੀਂ ਕੁਛ ਸਮਝੌਤਾ ਨਾ ਕਰਿਓ। ਕਿਸਾਨਾਂ ਨੂੰ ਇਸ ਗੱਲ ਨਾਲ ਬਹੁਤ ਬਲ ਮਿਲਿਆ, UP, ਹਰਿਆਣਾ, ਈਵਨ ਮਹਾਰਾਸ਼ਟਰਾ ਤੇ ਉਹ ਲਗਭਗ ਹੁਣ ਸਾਰੀਆਂ ਸਟੇਟਾਂ ਤੋਂ ਜਿਹੜਾ ਸਮਰਥਨ ਮਿਲਿਆ ਇੱਕ ਤਾਂ। ਦੂਸਰਾ ਜਿਹੜਾ ਬੁੱਧੀਜੀਵੀ ਲੋਕ, ਜਿਹੜੇ ਸਿਰ ਕੱਢਵੇਂ ਇਨਾਮ ਮੋੜਨ ਵਾਲੇ ਲੋਕ, ਇਹਨਾਂ ਵੱਲੋਂ ਵੀ ਵੱਡਾ ਹੁੰਗਾਰਾ ਮਿਲਿਆ। ਇਹਦੇ ਨਾਲ ਕਿਸਾਨੀ ਜਿਹੜੀ ਜਥੇਬੰਦਕ ਢਾਂਚਾ ਹੈ ਜਾਂ ਲੋਕ ਨੇ, ਉਹਨਾਂ ਨੂੰ ਇੱਕ ਬਹੁਤ ਬਲ ਮਿਲਿਆ। ਜਿਵੇਂ ਲਗਾਤਾਰ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ ਤਾਂ ਨਿਕਲ ਕੇ ਕੀ ਆਵੇਗਾ, ਕਿਉਂਕਿ ਸਰਕਾਰ ਇੱਕ ਕਿਤੇ ਨਾ ਕਿਤੇ ਐਵੇਂ ਸਰਕਾਰ ਨੂੰ ਮਹਿਸੂਸ ਹੁੰਦਾ, ਜਾਂ ਮੰਨ ਲਓ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਾਰਾ 370 ਤੋੜਤੀ, GST ਲਾਤੀ, ਸੂਬਿਆਂ ਨੇ ਵਿਰੋਧ ਕੀਤਾ, ਨੋਟਬੰਦੀ ਹੋ ਗਈ। ਸਰਕਾਰ ਦਾ ਕਿਤੇ ਨਾ ਕਿਤੇ ਉਹ ਫਿਰ ਇਹ ਵੀ ਸੋਚਦੇ ਆ ਕਿ ਪ੍ਰਧਾਨ ਮੰਤਰੀ ਦਾ ਇੱਕ ਅਕਸ ਹੈ, ਪ੍ਰਧਾਨ ਮੰਤਰੀ ਖੁਦ ਵੀ ਇਸ ਗੱਲ ਹੈ ਨਾ, ਕਈ ਤੁਸੀਂ ਬੁੱਧੀਜੀਵੀਆਂ ਦਾ ਜ਼ਿਕਰ ਕੀਤਾ, ਬੁੱਧੀਜੀਵੀ ਵੀ ਇਸ ਗੱਲ ਨੂੰ ਕਹਿੰਦੇ ਨੇ ਕਿ ਪ੍ਰਧਾਨ ਮੰਤਰੀ ਇਹ ਸੋਚਦਾ ਕਿ ਲੋਕਾਂ ਦੇ ਵਿੱਚ ਛਵੀ ਹੈ ਦੇਸ਼ ਦੇ ਵਿੱਚ ਮਜ਼ਬੂਤ ਪ੍ਰਧਾਨ ਮੰਤਰੀ ਦੀ, ਜੇਕਰ ਉਹ ਫੈਸਲੇ ਤੋਂ ਪਿੱਛੇ ਹਟਦੇ ਨੇ ਤਾਂ ਕਿਤੇ ਨਾ ਕਿਤੇ ਉਸ ਛਵੀ ਨੂੰ ਉਹ ਮਤਲਬ ਘੱਟ ਗਿਣਦੇ ਹੋਏ ਮਹਿਸੂਸ ਕਰਨਗੇ ਕਿ ਯਾਰ ਪ੍ਰਧਾਨ ਮੰਤਰੀ ਦਾ ਮਜ਼ਬੂਤ ਸੀ, ਫੈਸਲੇ ਲੈਂਦਾ ਸੀ, ਇੱਥੇ ਵਾਪਸ ਮੁੜਨਾ ਪੈ ਗਿਆ, ਇੱਥੇ ਗਲਤ ਸਾਬਤ ਹੋ ਗਏ। ਪਰ ਉਹ ਇਸ ਗੱਲ ਨੂੰ ਵੀ ਦੇਖ ਰਹੇ ਨੇ ਕਿਉਂਕਿ ਇੱਕ ਨਾ ਦੇਸ਼ ਦੇ ਪ੍ਰਧਾਨ ਮੰਤਰੀ ਦੀ ਅੜੀ, ਦੂਜੇ ਪਾਸੇ ਦੇ ਸੂਬਿਆਂ ਦੇ ਸੰਘਰਸ਼। ਮੈਨੂੰ ਲੱਗਦਾ ਇਹ ਪ੍ਰਧਾਨ ਮੰਤਰੀ ਸਾਹਿਬ ਦਾ ਗਲਤ ਸਟੈਂਡ ਹੈ। ਜਾਂ ਤਾਂ ਗਲਤ ਸਟੈਂਡ ਕਹੋ ਜਾਂ ਇਹਨੂੰ ਕਹੋ ਵੀ ਪੈਂਤੜਾ ਗਲਤ ਹੋ ਗਿਆ। ਜੇ ਆਪਾਂ ਸਿੱਧੇ ਸਿਆਸੀ ਪੱਖ ਤੋਂ ਦੇਖੀਏ ਨਾ ਕਿ ਪੈਂਤੜਾ ਗਲਤ ਹੋ ਗਿਆ। ਜਿਹੜਾ ਤੁਸੀਂ ਕਹਿ ਰਹੇ ਹੋ ਨਾ ਕਿ ਪ੍ਰਧਾਨ ਮੰਤਰੀ ਦੀ ਜਿਹੜੀ ਛਵੀ ਹੈ ਉਹ ਬਹੁਤ ਹੀ ਮਜ਼ਬੂਤ ਪ੍ਰਧਾਨ ਮੰਤਰੀ ਦੀ ਰਹੀ ਹੈ ਪਿਛਲੇ ਸਮੇਂ 'ਚ, ਉਹਦਾ ਇੱਕ ਕਾਰਨ ਉਹ ਹੈ ਕਿ ਉਹ ਹਰ ਇੱਕ ਮੁੱਦੇ ਨੂੰ, ਚਾਹੇ ਉਹ 370 ਦਾ ਹੋਵੇ, ਚਾਹੇ ਉਹ GST ਦਾ ਹੋਵੇ, ਚਾਹੇ ਉਹ ਮੁੱਦਾ ਜਿਹੜਾ ਡੀਮੋਨੀਟਾਈਜੇਸ਼ਨ ਦਾ, ਨੋਟਬੰਦੀ ਦਾ ਹੋਵੇ, ਜਾਂ ਉਹ ਸ਼ਹੀਨ ਬਾਗ ਦਾ ਅੰਦੋਲਨ ਹੋਵੇ, ਇਹ ਸਾਰੇ ਅੰਦੋਲਨਾਂ 'ਚ ਉਹਨਾਂ ਨੇ ਜਿਹੜਾ BJP ਨੇ ਜਾਂ ਪ੍ਰਧਾਨ ਮੰਤਰੀ ਨੇ, ਸਰਕਾਰ ਨੇ ਆਪਣਾ ਜਿਹੜਾ ਪੱਖ ਹੈ ਉਹ ਇਸ ਤਰ੍ਹਾਂ ਰੱਖਿਆ ਕਿ ਅਸੀਂ ਰਾਸ਼ਟਰਵਾਦੀ ਹਾਂ ਔਰ ਇਹ ਬਣਾਉਣ 'ਚੋਂ ਕਾਮਯਾਬ ਵੀ ਹੋ ਗਏ। ਇਹ ਮੁੱਦੇ ਨੂੰ ਪਬਲਿਕ ਦੇ ਵਿੱਚ ਇਹ ਦਿਖਾਉਣ 'ਚ, ਭਾਵੇਂ ਸੱਚ 'ਚੋਂ ਹੈਣ ਜਾਂ ਨਹੀਂ ਹੋਣ ਉਹ ਵੱਖ ਗੱਲ ਹੈ, ਇਹ ਕਾਮਯਾਬ ਹੋ ਗਏ ਕਿ ਅਸੀਂ ਰਾਸ਼ਟਰਵਾਦੀਆਂ ਤੇ ਜਿਹੜੇ ਅੰਦੋਲਨਕਾਰੀ ਨੇ ਉਹ ਰਾਸ਼ਟਰਵਾਦ ਦੇ ਉਲਟ ਨੇ। ਪਰ ਜਿਹੜਾ ਇਹ ਮੁੱਦਾ ਹੈ ਨਾ, ਇਸ ਮੁੱਦੇ 'ਚ ਉਹਨਾਂ ਦੀ ਕਿਤੇ ਪੇਸ਼ ਨਹੀਂ ਜਾ ਰਹੀ ਕਿਸਾਨੀ, ਤੇ ਭਾਵੇਂ ਉਹ ਖਾਲਿਸਤਾਨ ਵਾਲੀ ਗੱਲ ਕਹਿ ਕੇ ਰੌਲਾ ਪਾਇਆ ਉਹਨਾਂ ਨੇ, ਪਰ ਹੁਣ ਉਹ ਨਾ ਤਾਂ ਇਹ ਕਹਿ ਸਕਦੇ ਨੇ ਕਿ ਇਹ ਮੁੱਦੇ ਨੂੰ ਪਾਕਿਸਤਾਨ ਤੋਂ ਸਪੋਰਟ ਹੈ, ਨਾ ਉਹ ਇਹ ਕਹਿ ਸਕਦੇ ਨੇ ਕਿ ਇਹ ਜਿਹੜਾ ਮੁੱਦਾ ਰਾਸ਼ਟਰਵਾਦੀ ਨਹੀਂ, ਬਲਕਿ ਹੁਣ ਇਹ ਲੱਗ ਰਿਹਾ ਕਿ ਇਹ ਮੁੱਦਾ ਰਾਸ਼ਟਰਵਾਦੀ ਹੈ,
ਉਲਟਾ ਸਰਕਾਰ ਗੈਰ ਰਾਸ਼ਟਰਵਾਦੀ ਹੋ ਕੇ ਆਪਦੇ ਦੇਸ਼ ਦੇ ਲੋੜਵੰਦ ਲੋਕਾਂ ਦੀ ਮਦਦ ਨਾ ਕਰਕੇ ਉਹਨਾਂ ਤੇ ਤਸ਼ੱਦਦ ਕਰ ਰਹੀ ਹੈ। ਇਹੀ ਮੈਨੂੰ ਲੱਗਦਾ ਕਿ ਪਹਿਲੇ ਅੰਦੋਲਨਾਂ ਨਾਲੋਂ ਇਹ ਇੱਕ ਬਖਰੇਵਾਂ ਇਸ ਅੰਦੋਲਨ ਦਾ ਜਿਹੜਾ ਵੱਖਰਾ ਪੱਖ ਹੈ ਉਹ ਉੱਭਰ ਕੇ ਸਾਹਮਣੇ ਆਇਆ ਹੈ ਕਿ ਇਹ ਜਿਹੜਾ ਅੰਦੋਲਨ ਹੈ ਸਗੋਂ ਇਹ ਅੰਦੋਲਨ ਰਾਸ਼ਟਰਵਾਦੀ ਹੈ। ਜਿਹੜੇ ਇਸ ਅੰਦੋਲਨ ਨੂੰ ਦਬਾ ਰਹੇ ਨੇ ਉਹ ਰਾਸ਼ਟਰਵਾਦ ਦੇ ਉਲਟ ਕੰਮ ਕਰ ਰਹੇ ਨੇ। ਮੈਂ ਉਹਨਾਂ ਨੂੰ ਇਹ ਤਾਂ ਨਹੀਂ ਕਹੂੰਗਾ ਕਿ ਉਹ ਗੈਰ ਰਾਸ਼ਟਰਵਾਦੀ ਨੇ, ਉਹਨਾਂ ਦਾ ਇੱਦਾਂ ਦਾ ਕੋਈ ਇਮੇਜ ਨਹੀਂ ਬਣਿਆ, ਪਰ ਇੱਦਾਂ ਲੱਗ ਰਿਹਾ ਕਿ ਉਹ ਰਾਸ਼ਟਰਵਾਦੀ ਲੋਕਾਂ ਦੀ ਪਿਟਾਈ ਕਰ ਰਹੇ ਨੇ। ਇਸ ਤੋਂ ਇਹ ਵੀ ਉਹਨਾਂ ਨੂੰ ਡਰ ਲੱਗ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹਨਾਂ ਦਾ ਉਹ ਰਾਸ਼ਟਰਵਾਦੀ ਪੈਂਤੜਾ ਚਲਾ ਕੇ ਹਰ ਇੱਕ ਨੂੰ ਕੁੱਟਣਾ ਮਾਰਨਾ ਤਸ਼ੱਦਦ ਕਰਨਾ ਸੀ, ਸ਼ਾਇਦ ਉਹ ਫੇਲ ਹੋ ਜਾਏਗਾ। ਦੋ ਤਿੰਨ ਗੱਲਾਂ ਇਹਦੇ ਵਿੱਚ ਮੈਂ ਹੋਰ ਕਹੂੰਗਾ ਕਿ ਸਰਕਾਰ 'ਤੇ ਬੜਾ ਵੱਡਾ ਪ੍ਰੈਸ਼ਰ ਆਇਆ ਹੈ। ਸਰਕਾਰ ਪਤਾ ਨਹੀਂ ਕਿਵੇਂ ਸੋਚ ਲੈਂਦੀ ਹੈ। ਜਿਹੜਾ ਹੈਦਰਾਬਾਦ ਦੀਆਂ ਚੋਣਾਂ ਦੇ ਵਿੱਚ ਨਾ ਪ੍ਰਧਾਨ ਮੰਤਰੀ ਦਾ ਜਾਣਾ, ਅਮਿਤ ਸ਼ਾਹ ਦਾ ਜਾਣਾ, ਮੈਨੂੰ ਇਹ ਲੱਗਦਾ ਕਿ ਇਹਨਾਂ ਨੂੰ ਇਹ ਲੱਗਦਾ ਸੀ ਕਿ ਉਹ ਵੀ ਸਾਡਾ ਪੇਟੀ 'ਚ ਕਿੱਲਾ ਹੈ, ਮਤਲਬ ਜਿੱਥੇ ਅਸੀਂ ਜਾ ਕੇ ਦੋਨਾਂ ਨੇ ਪੈਰ ਧਰਤਾ ਅਸੀਂ ਉਹ ਚੋਣ ਨਹੀਂ ਹਾਰੇ, ਪਰ ਉੱਥੇ ਉਹ ਪੁੱਠੇ ਡਿੱਗੇ ਨੇ। ਮੈਂ ਮੰਨਦਾ ਕਿ ਭਾਵੇਂ ਉੱਥੇ ਕਿਸੇ ਦੀ ਬਹੁ ਗਿਣਤੀ ਨਹੀਂ ਮਿਲੀ ਜਾਂ TRS ਨੂੰ ਉਨੀਆਂ ਸੀਟਾਂ ਨਹੀਂ ਮਿਲੀਆਂ, ਪਰ ਇਹਨਾਂ ਨੂੰ ਵੀ ਨਹੀਂ ਮਿਲੀਆਂ। ਮਤਲਬ ਕੀ ਹੁਣ ਇਹਦੇ ਵਿੱਚ ਇਮੇਜ ਇਹ ਬਣਦਾ ਵੀ ਹਰ ਇੱਕ ਸਰਪੰਚੀ ਦੀ ਚੋਣ 'ਚ ਵੀ ਪ੍ਰਧਾਨ ਮੰਤਰੀ ਜਾਇਆ ਕਰੇਗਾ। ਮਤਲਬ ਹੈਦਰਾਬਾਦ ਦੇ ਮੇਅਰ ਦੀ ਚੋਣ 'ਚ ਮੈਂ ਨਹੀਂ ਕਹਿੰਦਾ ਜਾਣਾ ਚਾਹੀਦਾ, ਪਾਰਟੀ ਨੂੰ ਜਾਣਾ ਚਾਹੀਦਾ, ਪਰ ਐਡਾ ਵੱਡਾ ਸਿਗਨਲ ਦੇ ਕੇ ਤਾਂ ਫਿਰ ਜ਼ਿੰਮੇਵਾਰੀ ਵੀ ਲੈਣ ਵੀ ਮੈਂ ਹਾਰ ਗਿਆ ਤਾਂ ਗ੍ਰਹਿ ਮੰਤਰੀ ਜ਼ਿੰਮੇਵਾਰੀ ਲਵੇ ਕਿ ਮੈਂ ਇਲੈਕਸ਼ਨ ਹਾਰ ਗਿਆ ਭਾਈ, ਇਸ ਕਰਕੇ ਮੈਂ ਆਪਦਾ ਫੇਲੂਅਰ ਮੰਨਦਾ, ਜਾਂ ਤਾਂ ਇਹ ਐਕਸੈਪਟ ਕਰਨ। ਇਹ ਮੰਨਣ ਨੂੰ ਤਿਆਰ ਨਹੀਂ। ਇਹ ਚੀਜ਼ਾਂ ਦਾ ਸਰਕਾਰਾਂ 'ਤੇ ਹੋਰ ਵੱਡਾ ਦਬਾਅ ਆਇਆ ਹੈ। ਦੂਸਰਾ, ਕਿਸਾਨੀ ਅਗਵਾਈ ਵਾਲੇ ਜਿਹੜੇ ਲੋਕ ਨੇ, ਲੀਡਰਸ਼ਿਪ ਹੈ ਜਿਹੜੀ, ਉਹਨਾਂ ਨੇ ਇਹ ਸਾਬਤ ਕਰਤਾ ਸਾਰੀ ਜਨਤਾ ਨੂੰ, ਪੂਰੀ ਦੁਨੀਆ ਨੂੰ ਉਹਨਾਂ ਨੇ ਦੱਸਦਾ ਕਿ ਅਸੀਂ ਗੱਲਬਾਤ ਤੋਂ ਨਹੀਂ ਭੱਜਦੇ। ਇਹਨਾਂ ਕੋਲ ਇੱਕੋ ਹੀ ਪੈਂਤੜਾ ਦੀ ਵੀ ਜਿਵੇਂ ਕਿਵੇਂ ਇਹਨਾਂ ਨੂੰ ਗੱਲਬਾਤ ਤੋਂ ਭਜਾ ਦਿਓ। ਅਤੇ ਉਹਨਾਂ ਨੇ ਮਤਲਬ ਪੈਂਤੜਾ ਹੀ ਆਪਦਾ ਸਾਫ਼ ਰੱਖ ਲਿਆ ਵੀ ਤੁਸੀਂ ਜਿੰਨੀ ਮਰਜ਼ੀ ਗੱਲ ਸੁਣਾ ਲਓ, ਜੋ ਮਰਜ਼ੀ ਬੋਲ ਲਓ, ਪਰ ਗੱਲਬਾਤ ਆਪਣੀ ਕਾਨੂੰਨ ਵਾਪਸ ਹੋਣ ਤੋਂ ਬਾਅਦ ਸ਼ੁਰੂ ਹੋਊਗੀ, ਉਸ ਤੋਂ ਪਹਿਲਾਂ ਤੁਸੀਂ ਜੋ ਬੋਲਣਾ ਬੋਲੀ ਚੱਲੋ। ਹਾਂਜੀ ਪ੍ਰੋਫੈਸਰ ਸਾਹਿਬ, ਇਹ ਕਿਹੜੀਆਂ ਤਾਕਤਾਂ ਨੇ ਕਿਉਂਕਿ ਦੇਖੋ ਮੈਂ ਰਿਪੋਰਟਾਂ ਪੜ੍ਹ ਰਿਹਾ ਸੀ ਜਦੋਂ ਮੋਦੀ ਸਾਹਿਬ ਗੁਜਰਾਤ ਦੇ ਮੁੱਖ ਮੰਤਰੀ ਸੀ, ਅਖਬਾਰਾਂ 'ਚ ਵੀ ਖੈਰ ਛਪੀਆਂ ਨੇ। ਉਹਦੇ ਵਿੱਚ ਲਿਖਿਆ ਕਿ ਜਦੋਂ ਪਹਿਲਾਂ ਮੋਦੀ ਸਾਹਿਬ ਵਿਰੋਧ ਕਰਦੇ ਸੀ ਇਹਨਾਂ ਕਾਨੂੰਨਾਂ ਦਾ, ਜਦੋਂ ਇਹ ਆਰਡੀਨੈਂਸ 5 ਜੂਨ ਤੋਂ ਬਾਅਦ ਆਉਂਦੇ ਨੇ ਤਾਂ ਫਿਰ ਇੱਕ ਸੁਸ਼ਮਾ ਸਵਰਾਜ ਦੀ ਕਲਿੱਪ ਵਾਇਰਲ ਹੁੰਦੀ ਹੈ ਲੋਕ ਸਭਾ ਦੇ ਵਿੱਚ, ਉਹ ਸਪੀਚ ਕਰ ਰਹੇ ਨੇ ਕਿ ਇਹ ਖਤਰਨਾਕ ਨੇ ਕਿਉਂਕਿ 2006 ਦੇ ਵਿੱਚ ਬਿਹਾਰ ਦਾ ਮੰਡੀ ਬੋਰਡ ਭੰਗ ਕੀਤਾ ਸੀ ਤਾਂ ਕੇਂਦਰ ਦੇ ਵਿੱਚ ਮਨਮੋਹਨ ਸਿੰਘ ਦੀ ਸਰਕਾਰ ਸੀ, ਭਾਵੇਂ ਫਿਰ ਬਾਅਦ 'ਚ ਰਾਹੁਲ ਗਾਂਧੀ ਆ ਕੇ ਰੈਲੀਆਂ ਕਰ ਰਹੇ ਨੇ, ਉਹਨਾਂ ਨੇ ਬਿਹਾਰ ਦਾ ਮੰਡੀ ਬੋਰਡ ਉਹਨਾਂ ਨੇ ਭੰਗ ਕੀਤਾ ਸੀ। ਤਾਂ ਇਹ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਇਹ ਹਿਰਦੇ ਪਰਿਵਰਤਨ ਕਰ ਦਿੰਦੀਆਂ ਨੇ ਸਰਕਾਰਾਂ ਦਾ? ਇਹਦੇ ਵਿੱਚ ਮੈਂ ਤੁਹਾਨੂੰ ਬੜਾ ਸਾਫ਼ ਸ਼ਬਦਾਂ 'ਚ ਜੋ ਮੇਰੀ ਸਮਝ ਆ ਉਹ ਦੱਸਦਾ ਕਿ ਜਿਹੜੀ ਲਿਬਰਲਾਈਜੇਸ਼ਨ ਦੀ ਪਾਲਿਸੀ 90 ਤੋਂ ਬਾਅਦ ਆਈ ਹੈ, ਉਹਦੇ ਵਿੱਚ ਜੇ ਸਰਕਾਰ ਕਾਂਗਰਸ ਦੀ ਵੀ ਹੁੰਦੀ ਥੋੜ੍ਹਾ ਬਹੁਤਾ ਬਦਲਾਅ ਹੋ ਸਕਦਾ ਹੈ, ਪੈਂਤੜੇ ਬਦਲੇ ਜਾ ਸਕਦੇ ਨੇ, ਕਿਸਾਨਾਂ ਨਾਲ ਸਲਾਹ ਕੀਤੀ ਜਾ ਸਕਦੀ ਸੀ, ਪਰ ਅਲਟੀਮੇਟਲੀ ਲਿਬਰਲਾਈਜੇਸ਼ਨ ਦੀ ਪਾਲਿਸੀ ਦੇ ਨੀਚੇ ਵਧਣਾ ਤਾਂ ਇਹਨਾਂ ਨੇ ਇੱਧਰ ਨੂੰ ਹੀ ਸੀ। ਜਾਂ ਤਾਂ ਉਹ ਪਾਲਿਸੀ ਬੈਕ ਕਰਨ, ਜੇ ਉਹ ਪਾਲਿਸੀ ਰਹੂਗੀ ਪ੍ਰਾਈਵੇਟਾਈਜੇਸ਼ਨ ਦੀ ਜਾਂ ਲਿਬਰਲਾਈਜੇਸ਼ਨ ਦੀ, ਵਧਣਾ ਤਾਂ ਇਹਨਾਂ ਨੂੰ ਇੱਧਰ ਨੂੰ ਹੀ ਪੈਣਾ ਹੈ। ਸੋ ਉਸ ਸਮੇਂ ਇਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ, ਇਹਨਾਂ ਦੀ ਹਮੇਸ਼ਾ ਜਿਹੜੀ ਸਟ੍ਰੈਟਜੀ ਰਹਿੰਦੀ ਹੈ ਉਹ ਥੋੜ੍ਹ ਚਿਰੀ ਰਹਿੰਦੀ ਹੈ, ਥੋੜ੍ਹੇ ਸਮੇਂ ਦੀ। ਉਦੋਂ ਜਦੋਂ ਮੋਦੀ ਮੁੱਖ ਮੰਤਰੀ ਸੀ ਸ਼ਾਇਦ ਉਹਨੂੰ ਨਹੀਂ ਪਤਾ ਸੀ ਵੀ ਮੈਂ ਪ੍ਰਧਾਨ ਮੰਤਰੀ ਬਣੂੰਗਾ, ਠੀਕ ਹੈ ਕਿ ਨਹੀਂ? ਉਦੋਂ ਤਾਂ ਉਹਨੂੰ ਮੁੱਖ ਮੰਤਰੀਸ਼ਿਪ ਜਿਹੜੀ ਬਚਾਉਣੀ ਕਿੱਡੀ ਵੱਡੀ ਗੱਲ, ਮੌਕੇ ਸਮੇਂ ਦੇ ਪ੍ਰਧਾਨ ਮੰਤਰੀ ਨੇ ਕਿੱਡੀ ਵੱਡੀ ਗੱਲ ਕਹਿਤੀ ਸੀ ਅਟਲ ਬਿਹਾਰੀ ਵਾਜਪਾਈ ਨੇ। ਉਦੋਂ ਤਾਂ ਉਹਦਾ ਮੁੱਖ ਮੰਤਰੀ ਰਹਿਣਾ ਹੀ ਔਖਾ ਹੋਇਆ ਪਿਆ ਸੀ। ਉਦੋਂ ਉਹਦੀ ਡਿਊਟੀ ਸੀ ਕਿ ਇਹ ਵਿਰੋਧ ਕਰਕੇ ਹੀ ਮੈਂ ਉੱਭਰ ਸਕਦਾ। ਪਰ ਇਸ ਕਿਸਮ ਨਾਲ ਹੁਣ ਕਿਰਕਿਰੀ ਬਹੁਤ ਹੋ ਰਹੀ ਹੈ। ਜਿਵੇਂ ਤੁਸੀਂ ਸੁਸ਼ਮਾ ਸਵਰਾਜ ਦੀ ਦੱਸ ਰਹੇ ਹੋ, ਹੁਣ ਜਿਹੜਾ ਉਹ ਮਹਿੰਦਰ ਸਿੰਘ ਟਕੈਤ ਦੀ ਰੈਲੀ 'ਚ ਰਾਜਨਾਥ ਸਿੰਘ ਕਹਿੰਦਾ ਹੈ ਕਿ ਅਗਰ ਮੈਨੂੰ ਇਹ ਪਹਿਲਾਂ ਪਤਾ ਹੁੰਦਾ ਤਾਂ ਉਸੇ ਦਿਨ ਮੈਂ ਕਿਸਾਨੀ ਦੇ ਅੰਦੋਲਨ 'ਚ ਆ ਕੇ ਖੜਾ ਹੋ ਜਾਣਾ ਸੀ। ਅਤੇ ਹੁਣ ਵੀ ਰਾਜਨਾਥ ਸਿੰਘ ਬਹੁਤ ਵੱਡੀ ਪਦਵੀ 'ਤੇ ਹੈ, ਮਤਲਬ ਜਾਂ ਤਾਂ ਉਹ ਕਿਸਾਨਾਂ ਨਾਲ ਆਵੇ ਅਤੇ ਜਾਂ ਆਪਦੀ ਦਿਖਾਵੇ ਕਿ ਆਪਦੀ ਪਾਰਟੀ 'ਤੇ ਕੀ ਜ਼ੋਰ ਦੇ ਰਿਹਾ ਹੈ। ਐਕਚੁਅਲੀ ਵਿਰੋਧੀ ਧਿਰ ਦੇ ਵਿੱਚ ਹੁੰਦੇ ਨਾ ਇਹ ਬਾਹਲਾ ਚਿਰ ਇਹ ਪਾਰਟੀਆਂ ਸੋਚਦੀਆਂ ਨਹੀਂ ਕਿ ਲੌਂਗ ਰਨ 'ਚ ਸਾਨੂੰ ਕੀ ਕਰਨਾ ਚਾਹੀਦਾ, ਕੀ ਠੀਕ ਹੈ ਕੀ ਗਲਤ ਹੈ। ਸੋ ਉਦੋਂ ਇਹ ਇਸ ਤਰ੍ਹਾਂ ਹੋ ਗਿਆ। ਲੇਕਿਨ ਅਲਟੀਮੇਟਲੀ ਜਿਹੜਾ ਇਹ ਕਾਰਪੋਰੇਟ ਘਰਾਣਿਆਂ ਨਾਲ ਸਾਰੀ ਸੈਟਿੰਗ ਕਰੀ ਬੈਠੇ ਨੇ, ਉਹਨਾਂ ਨੂੰ ਫਾਇਦੇ ਦੇਣ ਸੰਬੰਧੀ
ਔਰ ਉਹਨਾਂ ਤੋਂ ਮੈਂ ਨਹੀਂ ਕਹਿੰਦਾ ਵੀ ਇਹ ਇਕੱਲਾ ਬੀਜੇਪੀ ਹੈ, ਸਾਰੀਆਂ ਸਰਕਾਰਾਂ ਪਤਾ ਨਹੀਂ ਕਿੰਨੇ ਕਿੰਨੇ ਫਾਇਦੇ ਲੈਂਦੀਆਂ ਨੇ। ਜੇ ਆਪਾਂ ਕਹੀਏ ਸਾਡੇ ਚੋਣ ਕਮਿਸ਼ਨ ਨੇ ਕੋਈ ਖਰਚਾ ਫਿਕਸ ਕੀਤਾ ਹੋਇਆ, ਉਹਨੇ ਨਾਲ ਤਾਂ ਨਹੀਂ ਚੋਣਾਂ ਲੜੀਆਂ ਜਾਂਦੀਆਂ। ਇਹ ਤਾਂ ਸਭ ਨੂੰ ਪਤਾ ਹੈ, ਸਭ ਨੂੰ ਪਤਾ ਕਿ ਚੋਣਾਂ ਕਿੱਦਾਂ ਲੜੀਆਂ ਜਾਂਦੀਆਂ ਨੇ ਅਤੇ ਉਹ 'ਚ ਕਿੱਥੋਂ ਪੈਸਾ ਆਉਂਦਾ, ਕਿਵੇਂ ਆਉਂਦਾ। ਹਾਂ ਕੋਈ ਘੱਟ ਕੋਈ ਵੱਧ ਠੀਕ ਹੈ, ਪੇਪਰ 'ਤੇ ਸਾਬਤ ਕਰਨਾ ਇਹ ਬਹੁਤ ਔਖਾ ਕੰਮ ਹੈ, ਪਰ ਆਮ ਲੋਕ ਇਹ ਗੱਲ ਕਹਿੰਦੇ ਨੇ ਕਿ ਇਹ ਪੈਸਾ ਕਿਤੋਂ ਆਉਂਦਾ ਹੈ। ਸੋ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣਾ ਇਹਨਾਂ ਦੀ ਮਜਬੂਰੀ ਹੈ, ਦੇਣਾ ਪਏਗਾ। ਪਰ ਇਹ ਇਹਨਾਂ ਨੇ ਥੋੜ੍ਹੀ ਜ਼ਿਆਦਤੀ ਕੀਤੀ, ਇਹਨਾਂ ਦੀ ਜੱਜਮੈਂਟ ਗਲਤ ਹੋ ਗਈ। ਇਹਨਾਂ ਨੂੰ ਇਹ ਲੱਗਿਆ ਵੀ ਕਰੋਨਾ ਦੀ ਆੜ 'ਚ ਐਡੀ ਵੱਡੀ ਬਹੁ ਗਿਣਤੀ 'ਚ, ਦੂਸਰਾ ਜਿਹੜਾ ਧਾਰਾ 370 ਤੇ ਡੀਮੋਨੀਟਾਈਜੇਸ਼ਨ, ਸ਼ਾਹੀਨ ਬਾਗ, ਉਸ ਸਮੇਂ ਦੇ ਹਾਲਾਤਾਂ 'ਤੇ ਇਹਨਾਂ ਨੇ ਜਿਸ ਕਿਸਮ ਨਾਲ ਤਾਕਤ ਨਾਲ ਉਹਨਾਂ ਨੂੰ ਕੁਚਲਿਆ, ਅਤੇ ਇਹਨਾਂ ਨੂੰ ਇਹ ਲੱਗਦਾ ਸੀ ਕਿ ਤਾਕਤ ਨਾਲ ਅਸੀਂ ਇਹਨੂੰ ਵੀ ਕੁਚਲ ਪਾਵਾਂਗੇ ਅਤੇ ਇਹਨੂੰ ਵੀ ਡਿਕਲੇਅਰ ਕਰ ਦਾਂਗੇ ਕਿ ਇਹ ਨੌਨ ਰਾਸ਼ਟਰਵਾਦੀ ਹੈ। ਜਿਵੇਂ ਤੁਸੀਂ ਸ਼ਹੀਨ ਬਾਗ ਦੀ ਗੱਲ ਕੀਤੀ, ਸ਼ਹੀਨ ਬਾਗ ਤਾਂ ਕਿਤੇ ਨਾ ਸਰਕਾਰ ਵੀ, ਕੇਂਦਰ ਦੀ ਹਕੂਮਤ ਵੀ ਇਹ ਗੱਲ ਸੋਚਦੀ ਹੈ ਕਿ ਜਦੋਂ ਸ਼ਹੀਨ ਬਾਗ ਦਾ ਅਸੀਂ ਐਡਾ ਕੋਈ ਪ੍ਰਭਾਵ ਨਹੀਂ ਕਬੂਲਿਆ ਤਾਂ ਫਿਰ ਇਹ ਸੰਘਰਸ਼ ਕੀ ਨੇ, ਕਿਉਂਕਿ ਜੇ ਸ਼ਹੀਨ ਬਾਗ ਚੱਲ ਰਿਹਾ ਸੀ ਉਦੋਂ ਤਾਂ ਸਰਕਾਰ ਨੇ ਗੱਲਬਾਤ ਵੀ ਨਹੀਂ ਸੀ ਕੀਤੀ ਕਿਸੇ ਨੂੰ ਬੁਲਾ ਕੇ। ਉੱਥੇ ਸਰਕਾਰ ਨੂੰ ਨਾ, ਇਸ ਸਰਕਾਰ ਨੂੰ ਉਹ ਸੂਟ ਕਰਦਾ ਸੀ ਸਾਰਾ। ਮਤਲਬ ਇਹ ਸਰਕਾਰ ਦੇਖੋ, ਮੈਂ ਇਹ ਸਮਝਦਾ ਕਿ ਜਿਹੜੀ ਬੀਜੇਪੀ ਦੀ ਸਰਕਾਰ ਹੈ, ਜਿਹੜੀ ਇਹਨਾਂ ਨੂੰ ਇਹ ਸੂਟ ਕਰਦਾ ਹੈ ਕਿ ਜਿਹੜੀ ਇੱਕ ਵਿਸ਼ੇਸ਼ ਕਮਿਊਨਿਟੀ ਹੈ ਸ਼ਹੀਨ ਬਾਗ ਵਾਲੀ ਜਿਹੜੀ ਸੀਗੀ, ਕਿ ਜਿੰਨਾ ਅਸੀਂ ਉਹਨੂੰ ਦਬਾਵਾਂਗੇ ਓਨਾ ਉਹ ਡਰੇਗੀ, ਜਿੰਨਾ ਉਹ ਡਰੇਗੀ ਓਨਾ ਉਹ ਇਕੱਠੀ ਹੋਏਗੀ। ਪੋਲਰਾਈਜੇਸ਼ਨ ਕਹਿੰਦੇ ਆ ਵੀ ਇੱਕ ਪੋਲ 'ਤੇ ਇਕੱਠੀ ਹੋ ਜਾਏਗੀ। ਜਿੰਨੀ ਉਹ ਕਮਿਊਨਿਟੀ ਇੱਕ ਪੋਲ 'ਤੇ ਇਕੱਠੀ ਹੋਊਗੀ, ਉਹਦੇ ਰਿਐਕਸ਼ਨ 'ਚ ਦੂਜੀ ਕਮਿਊਨਿਟੀ ਦੂਜੇ ਪੋਲ 'ਤੇ ਇਕੱਠੀ ਹੋ ਜਾਂਦੀ ਹੈ, ਜਿਹੜਾ ਇਹਨਾਂ ਨੂੰ ਬਹੁਤ ਫਾਇਦਾ ਮਿਲਦਾ ਹੈ। ਇਸੇ ਕਰਕੇ ਲੋਕੀ ਕਹਿੰਦੇ ਨੇ ਕਿ ਓਵੈਸੀ ਤੇ ਬੀਜੇਪੀ ਦਾ ਆਪਸੀ ਕੋਈ ਸਮਝੌਤਾ ਹੈ। ਮੈਨੂੰ ਨਹੀਂ ਪਤਾ ਕੋਈ ਹੈ ਕਿ ਨਹੀਂ, ਮੇਰਾ ਨਹੀਂ ਇਹ ਐਲੀਗੇਸ਼ਨ ਹੈ। ਉਹਦਾ ਇਹ ਹੈ ਕਿ ਓਵੈਸੀ ਇੱਕ ਕਮਿਊਨਿਟੀ ਨੂੰ ਇੱਕ ਪੋਲ 'ਤੇ ਇਕੱਠੀ ਕਰਨ ਲਈ ਸਟ੍ਰੈਟਜੀ ਚੱਲਦਾ ਹੈ, ਅਤੇ ਉਹਦਾ ਫਾਇਦਾ ਦੂਜੀ ਕਮਿਊਨਿਟੀ ਨੂੰ ਮਿਲ ਜਾਂਦਾ ਹੈ, ਅਤੇ ਕੁੱਲ ਮਿਲਾ ਕੇ ਉਹ 'ਚੋਂ ਫਾਇਦਾ ਜਿਹੜਾ ਦੋਨਾਂ ਨੂੰ ਮਿਲ ਜਾਂਦਾ ਹੈ। ਤੁਹਾਡੇ ਸਾਹਮਣੇ ਆ ਹੁਣ ਹੈਦਰਾਬਾਦ 'ਚ, ਮਤਲਬ ਇਹ ਵਾਪਰਿਆ, ਫਾਇਦਾ ਦੋਨਾਂ ਨੂੰ ਹੋਇਆ। ਜਿਹੜੀ ਤੁਸੀਂ ਗੱਲ ਕੀਤੀ ਹੈ ਸਦੂਦੀਨ ਓਵੈਸੀ ਦੀ, ਓਵੈਸੀ ਨੂੰ ਕਈ ਹੈ ਨਾ ਮੀਡੀਆ ਚੈਨਲ, ਪੱਤਰਕਾਰਾਂ, ਵੱਡੇ ਪੱਤਰਕਾਰ ਨੇ, ਵੱਡੇ ਚੈਨਲਾਂ ਨੇ ਗੱਲਬਾਤ ਕਰਦੇ ਹੋਏ ਡਿਬੇਟ ਦੇ ਵਿੱਚ ਹੁੰਦਾ ਕਿ ਤੁਸੀਂ ਬੀਜੇਪੀ ਦੀ ਕਿਤੇ ਨਾ ਕਿਤੇ ਮਦਦ ਕਰਦੇ ਹੋ ਅੰਦਰ ਖਾਤੇ। ਉਹ ਓਵੈਸੀ ਦਾ ਕਹਿਣਾ ਹੁੰਦਾ ਕਿ ਮੰਨ ਲਓ ਵੀ ਮੈਂ ਤਾਂ ਹੈਦਰਾਬਾਦ 'ਚ ਇਲੈਕਸ਼ਨ ਲੜਦਾ, ਮੈਂ ਬਿਹਾਰ 'ਚ ਲੜਦਾ, ਪਰ ਜਿੱਥੇ ਹੋਰ ਥਾਂ 'ਤੇ ਬੀਜੇਪੀ ਜਿੱਤ ਜਾਂਦੀ ਹੈ, ਮੈਂ ਕਿਹੜਾ ਉੱਥੇ ਇਲੈਕਸ਼ਨ ਲੜਦਾ। ਨਹੀਂ ਚਲੋ ਉਹਦਾ ਇਸ ਗੱਲ ਨਾਲ ਬੜਾ ਸੰਬੰਧ ਨਹੀਂ, ਪਰ ਫਿਰ ਵੀ ਮੈਂ ਕਹਿਣਾ ਕਿ ਉਹਦਾ ਓਵੈਸੀ ਇਸ ਕਰਕੇ ਸਾਰਾ ਕੁਝ ਕਰਦਾ। ਮੈਂ ਨਹੀਂ ਕਹਿੰਦਾ ਉਹ ਬੀਜੇਪੀ ਨਾਲ ਸਮਝੌਤਾ ਹੈ, ਪਰ ਉਹਦਾ ਦੋਨਾਂ ਨੂੰ ਫਾਇਦਾ ਹੁੰਦਾ ਹੈ। ਮਤਲਬ ਉਹਨਾਂ ਨੂੰ ਵੀ ਫਾਇਦਾ ਹੁੰਦਾ, ਉਹਨਾਂ ਨੂੰ ਵੀ ਫਾਇਦਾ ਹੁੰਦਾ ਹੈ। ਸੋ ਉਹ ਜਿਹੜੇ ਅੰਦੋਲਨ ਸੀ ਨਾ, ਚਾਹੇ 370 ਦਾ ਇਸ਼ੂ ਸੀ, ਕੁੱਲ ਮਿਲਾ ਕੇ ਭਾਵੇਂ ਉਹ ਜੰਮੂ ਐਂਡ ਕਸ਼ਮੀਰ ਸਟੇਟ ਦਾ ਰੌਲਾ ਸੀ, ਪਰ ਫਿਰ ਵੀ ਉਹਦੇ ਵਿੱਚ ਇੱਕ ਕਮਿਊਨਿਟੀ ਦੇ ਲੋਕ ਮਹਿਸੂਸ ਕਰਦੇ ਨੇ ਕਿ ਸਾਡੇ ਨਾਲ ਜ਼ਿਆਦਾ ਧੱਕਾ ਹੋਇਆ ਹੈ। ਹਾਲਾਂਕਿ J&K 'ਚ ਹਿੰਦੂ ਕਮਿਊਨਿਟੀ ਵੀ ਹੈਗੀ, ਪਰ ਉਹ ਹੋਰ ਤਰ੍ਹਾਂ ਸੋਚਦੇ ਨੇ। ਸੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਬੀਜੇਪੀ ਨੂੰ ਵੱਡਾ ਫਾਇਦਾ ਮਿਲਿਆ, ਅਤੇ ਇਹਦੇ ਵਿੱਚ ਮੈਨੂੰ ਇਹ ਲੱਗਿਆ ਕਿ ਬੀਜੇਪੀ ਦੀ ਪਹਿਲਾਂ ਹੀ ਇਹ ਸਮਝ ਸੀ ਕਿ ਕਿਸਾਨ ਕੋਈ ਅੰਦੋਲਨ ਕਰਨਗੇ, ਅਤੇ ਜੋ ਮੈਨੂੰ ਹੁਣ ਲੱਗ ਰਿਹਾ ਹੈ ਕਿ ਸ਼ਾਇਦ ਬਾਦਲ ਅਕਾਲੀ ਦਲ ਨੂੰ ਵੀ ਉਹਨਾਂ ਨੇ ਜਾਣ ਬੁੱਝ ਕੇ ਧੱਕਿਆ, ਤਾਂ ਕਿ ਇਹ ਜਿਹੜਾ ਅੰਦੋਲਨ ਹੈ ਸਾਰਾ ਇਹ ਲੱਗਾ ਹੀ ਹੈ ਕਿ ਇਹ ਸਿੱਖਾਂ ਦਾ ਅੰਦੋਲਨ ਹੈ, ਕਿਸਾਨਾਂ ਦਾ ਅੰਦੋਲਨ ਨਹੀਂ ਹੈ। ਪਰ ਜਦੋਂ ਇਹ ਕਿਸਾਨਾਂ ਦਾ ਅੰਦੋਲਨ ਬਣ ਗਿਆ, ਹੁਣ ਇਹ ਬੀਜੇਪੀ ਦੇ ਗਲੇ ਦੀ ਹੱਡੀ ਬਣ ਗਈ। ਹੁਣ ਇਹ 'ਚ ਚਾਹੇ ਸਿੱਖ ਜਾਣ, ਕਿਉਂਕਿ ਕਿਸਾਨ ਹੈ ਜਿਹੜਾ, ਕਿਸਾਨ ਦਾ ਸਿੱਧਾ ਪੁੱਧਰਾ ਸਿੱਖੀ ਨਾਲ ਕੋਈ ਬੜਾ ਵੱਡਾ ਸੰਬੰਧ ਨਹੀਂ। ਠੀਕ ਹੈ, ਬਹੁ ਗਿਣਤੀ ਲੋਕ ਇੱਥੇ ਪੰਜਾਬੀ ਨੇ ਜਿਹੜੇ ਉਹ ਸਿੱਖ ਨੇ, ਇਹ ਮੰਨਣ ਵਾਲੀ ਗੱਲ ਹੈ, ਪਰ ਬਹੁ ਗਿਣਤੀ ਦੇ ਵਿੱਚ ਅੱਛਾ ਇਹਦੇ ਵਿੱਚ ਤੁਸੀਂ ਦੇਖੋ ਨਾ, ਜਿਹੜਾ ਕਿਸਾਨਾਂ ਨੂੰ ਬਲ ਵੀ ਇਸੇ ਕਰਕੇ ਮਿਲਦਾ ਹੈ। ਜਿੰਨਾ ਮਰਜ਼ੀ ਕੁਛ ਬੋਲੀ ਜਾਣ, ਤੁਸੀਂ ਜਿਆਨੀ ਦੇ ਸਰਜੀਤ ਕੁਮਾਰ ਜਿਆਨੀ ਦੇ ਬਿਆਨ ਪੜ੍ਹੋ, ਉਹ ਬਿਲਕੁਲ ਮਤਲਬ ਉਹ ਕੰਡੈਮ ਕਰਦਾ, ਉਹ ਕਹਿੰਦਾ ਨਹੀਂ ਇਹ ਖਾਲਿਸਤਾਨ ਦਾ ਇਸ਼ੂ ਕੋਈ ਬਿਲਕੁਲ ਨਹੀਂ ਹੈ। ਫਿਰ ਇਹਨਾਂ ਨੇ ਆਪਣੇ ਉਹ ਮੀਡੀਆ ਰਾਹੀਂ, ਮੈਂ ਤਾਂ ਲੋਕੀ ਜਿਸ ਤਰ੍ਹਾਂ ਐਲੀਗੇਸ਼ਨ ਲਾਉਂਦੇ ਨੇ, ਕੰਗਣਾ ਰਣੌਤ ਦਾ ਇਸ਼ੂ ਵਾੜਤਾ, ਅਤੇ ਉਹਦੇ ਨਾਲ ਵੀ ਮੂੰਹ ਦੀ ਖਾਣੀ ਪਈ। ਅਤੇ ਮੁੜ ਕੇ ਜਿਹੜਾ ਇਹਨਾਂ ਦਾ IT ਸੈੱਲ ਦਾ ਮਾਲਵੀਆ ਸੀ, ਉਹਨੇ ਜਿਹੜੇ ਟਵੀਟ ਕੀਤੇ ਉਹ ਵੀ ਮੂੰਹ ਦੀ ਖਾਣੀ ਪਈ। ਉਹਦੇ ਵਿੱਚ ਮੈਂ ਮੋਟੇ ਰੂਪ 'ਚ ਹੀ ਸਮਝਦਾ ਕਿ ਜਿਹੜੇ ਸਾਰੇ ਮਸਲੇ ਨੇ ਨਾ, ਉਹ ਇੱਕੋ ਪੈਂਤੜੇ ਨਾਲ ਨਹੀਂ ਜਿੱਤੇ ਜਾਂਦੇ। ਮਸਲੇ ਦੇ, ਹਰ ਇੱਕ ਮਸਲੇ ਦੇ ਆਪਣੇ ਆਪਣੇ ਪੈਂਤੜੇ ਹੁੰਦੇ ਨੇ। ਕਿਹਾ ਜਾ ਸਕਦਾ ਕਿ ਇਸ ਵਾਰ ਬੀਜੇਪੀ ਦੀ ਚਾਲ ਕੋਈ ਭਾਰੀ ਨਹੀਂ ਪੈ ਰਹੀ ਇਸ ਸੰਘਰਸ਼ ਦੇ ਉੱਤੇ। ਇੱਕ ਆਪਾਂ ਗੱਲ ਕਰਦੇ ਹਾਂ ਕਿ ਉਦਯੋਗਪਤੀਆਂ ਦਾ ਦਬਾਅ ਹੋਇਆ ਕੇਂਦਰ ਦੀ ਹਕੂਮਤ ਤੇ ਬੀਜੇਪੀ ਉੱਤੇ। ਉਹ ਉਦਯੋਗਪਤੀ ਹਿੰਦੁਸਤਾਨ ਦੇ ਉਦਯੋਗਪਤੀ ਨੇ ਜਾਂ ਫਿਰ ਉਹਦੀਆਂ ਤਾਰਾਂ ਇੰਟਰਨੈਸ਼ਨਲ ਲੈਵਲ 'ਤੇ ਵੀ ਜੁੜੀਆਂ ਹੋਈਆਂ ਨੇ। ਦੇਖੋ, ਜਿਹੜਾ ਉਦਯੋਗਪਤੀ ਹੁੰਦਾ ਨਾ, ਉਹ ਕੋਈ ਹਿੰਦੁਸਤਾਨ ਨਾਲ ਨਹੀਂ ਹੁੰਦਾ ਉਹਦਾ ਸੰਬੰਧ। ਜਿਹੜੇ ਤੁਸੀਂ
ਜਿਵੇਂ ਕਿਹਾ ਜਾਂਦਾ ਕਿ ਅੰਬਾਨੀ ਹੋ ਗਏ, ਅਡਾਨੀ ਹੋ ਗਏ, ਟਾਟਾ ਵਾਲੇ ਹੋ ਗਏ। ਮੈਂ ਉਹੀ ਕਹਿਣਾ ਕਿ ਅੰਬਾਨੀ ਤੇ ਅਡਾਨੀ ਦਾ ਜਿਹੜਾ ਬਿਜ਼ਨਸ ਹੈ ਉਹ ਇਕੱਲੇ ਹਿੰਦੁਸਤਾਨ ਤੱਕ ਸੀਮਤ ਨਹੀਂ। ਇਹ ਠੀਕ ਹੈ ਕਿ ਕਿਸੇ ਨਾਲ ਇਹਨਾਂ ਦਾ ਹੋ ਗਿਆ, ਪਰ ਇੱਕ ਗੱਲ ਮੈਂ ਜ਼ਰੂਰ ਦੇਖਦਾ ਕਿ ਸ਼ਾਇਦ ਤੁਸੀਂ ਵੀ ਇਹ ਨੋਟਿਸ ਲਿਓ, ਹੁਣ ਤੱਕ ਜਿਹੜੇ ਵੱਡੇ ਇਸ ਤਰ੍ਹਾਂ ਦੇ ਬਿਜ਼ਨਸਮੈਨ ਨੇ, ਚਾਹੇ ਉਹ ਕਈ ਘਰਾਣੇ ਨੇ, ਉਹ ਨਾ ਕਈ ਜਨਰੇਸ਼ਨ 'ਚ ਬਣੇ ਨੇ। ਇਹ ਦੇਖਣ 'ਚ ਆਇਆ ਹੈ ਕਿ ਜਿਹੜਾ ਧੀਰੂ ਭਾਈ ਅੰਬਾਨੀ ਸੀ, ਮੁਕੇਸ਼ ਅੰਬਾਨੀ ਦਾ ਫਾਦਰ, ਉਹ ਆਪਦੀ ਇਕੱਲੀ ਇੱਕ ਪੀੜ੍ਹੀ 'ਚ ਵੱਡਾ ਬਿਜ਼ਨਸਮੈਨ ਬਣ ਗਿਆ ਸੀ। ਅਤੇ ਇਸ ਤਰ੍ਹਾਂ ਹੀ ਅਡਾਨੀਆਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਵੀ ਨਾ ਬੜੇ ਥੋੜ੍ਹੇ ਸਮੇਂ 'ਚ ਵੱਡੇ ਬਿਜ਼ਨਸਮੈਨ ਬਣ ਗਏ। ਅਤੇ ਉਹਦੇ ਵਿੱਚੋਂ ਇਹ ਹੈ ਕਿ ਸਰਕਾਰਾਂ ਤੋਂ ਉਹਨਾਂ ਨੇ ਬਹੁਤ ਵੱਡਾ ਫਾਇਦਾ ਲਿਆ ਹੈ। ਦੂਸਰਾ ਇਹ ਹੈ ਵੀ ਸਰਕਾਰ ਨੂੰ ਇੱਕ ਭਰਮ ਇਹ ਹੋ ਗਿਆ ਸੀ ਕਿ ਅਸੀਂ ਮੀਡੀਆ ਸਾਰਾ ਕੰਟਰੋਲ ਕਰ ਲਿਆ। ਮੈਂ ਫੇਰ ਇਹ ਗੱਲ ਤੁਹਾਡੇ ਕੋਲ ਦੁਬਾਰਾ ਕਹਿੰਦਾ, ਮੈਂ ਸ਼ਾਇਦ ਪਹਿਲੀ ਵਾਈਟ 'ਚ ਵੀ ਕਹੀ ਸੀ, ਮੈਨੂੰ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਕਿ ਅੰਨਾ ਅੰਦੋਲਨ, ਜਿਹੜਾ ਅੰਨਾ ਹਜ਼ਾਰੇ ਦਾ ਅੰਦੋਲਨ ਸੀ, ਇੰਨਾ ਇਕੱਠ ਨਹੀਂ ਸੀ ਉਹਦੇ ਵਿੱਚ ਜਿੰਨਾ ਇਹ ਕਿਸਾਨਾਂ ਦੇ ਇਕੱਠ 'ਚ ਹੈ। ਪਰ ਇਹਦੇ ਬਾਵਜੂਦ ਹਰ ਤਰ੍ਹਾਂ ਦਾ ਮੀਡੀਆ ਵੈਨਾਂ ਲੈ ਕੇ 24 ਘੰਟੇ ਲਾਈਵ ਦਿਖਾ ਰਿਹਾ ਸੀ। ਹੁਣ ਉਹ ਮੀਡੀਆ ਨੂੰ ਕੀ ਹੋ ਗਿਆ? ਮਤਲਬ ਜੀ ਤੋਂ ਸਾਫ਼ ਜ਼ਾਹਰ ਹੈ ਕਿ ਇਹ ਉਦੋਂ ਵੀ ਸਾਰਾ ਕੁਝ ਮੈਨੇਜ ਕੀਤਾ ਗਿਆ ਸੀ ਅਤੇ ਹੁਣ ਵੀ ਪੈਸੇ ਵਾਲਿਆਂ ਨੇ ਦੂਜੇ ਪਾਸੇ ਮੈਨੇਜ ਕੀਤਾ। ਪਰ ਕਿਸਾਨਾਂ ਨੇ ਬੜਾ ਸਵਾਦ ਲਿਆਤਾ। ਮਤਲਬ ਹੁਣ ਜਦੋਂ ਵੀ ਉਹ ਗੋਦੀ ਮੀਡੀਆ ਜਦੋਂ ਉੱਥੇ ਜਾਂਦਾ ਨਾ, ਜਦੋਂ ਕਿਸਾਨ ਭਰਾ ਹੱਥ ਬੰਨ੍ਹ ਕੇ ਕਹਿੰਦੇ ਨੇ ਵੀ ਪਲੀਜ਼ ਤੁਸੀਂ ਵਗ ਜਾਓ ਯਾਰ, ਅਸੀਂ ਤੁਹਾਨੂੰ ਵਾਈਟ ਨਹੀਂ ਦੇਣੀ, ਮਤਲਬ ਉਹਨਾਂ ਦਾ ਕਿਸਾਨਾਂ ਦਾ ਜਿਹੜਾ ਪੈਂਤੜੇਬਾਜ਼ੀ ਹੈ, ਮੈਨੂੰ ਲੱਗਦਾ ਹੈ ਕਿ ਉਹ BJP ਨਾਲੋਂ ਕਿਤੇ ਜ਼ਿਆਦਾ ਸਫਲ ਹੈ। ਇਹੀ ਉਹ 'ਚ ਵੱਡੀ ਗੱਲ ਹੈ। ਜਦੋਂ ਕਿ ਮੈਨੂੰ ਖੁਦ ਇਹ ਖਦਸ਼ਾ ਸੀ ਕਿ ਜੇ ਇਹ 31 ਜਥੇਬੰਦੀਆਂ ਨੇ, ਇਹਨਾਂ ਦਾ ਇਕੱਠਾ ਚੱਲਣਾ ਔਖਾ ਹੋ ਜਾਏਗਾ। ਅਤੇ ਉਹਦੇ ਵਿੱਚ ਕੁਛ ਜਥੇਬੰਦੀਆਂ ਇੱਦਾਂ ਨੇ ਜਿਨ੍ਹਾਂ ਦੇ ਵਿਚਾਰਧਾਰਾਵਾਂ ਦੇ ਫਰਕ ਵੀ ਨੇ। ਪਰ ਇਸ ਇਸ਼ੂ 'ਤੇ ਮੈਂ ਉਹਨਾਂ ਨੂੰ ਵਧਾਈ ਵੀ ਦਿੰਦਾ। ਮਤਲਬ ਇਹੀ ਜਿਹੜੇ ਸਿਆਣੇ ਪੋਲੀਟੀਸ਼ੀਅਨ ਨੇ ਜਾਂ ਜਿਹੜੇ ਮਜ਼ੇ ਹੋਏ ਪੋਲੀਟੀਸ਼ੀਅਨ ਨੇ, ਜਾਂ ਜਿਹੜੀ ਪੋਲੀਟਿਕਸ ਦਾ ਸਿਧਾਂਤ ਇਹੀ ਹੈ ਕਿ ਪੋਲੀਟਿਕਸ ਮੁੱਦਾ ਬੇਸਡ ਹੋਣੀ ਚਾਹੀਦੀ ਹੈ ਕਿ ਜੇ ਮੁੱਦਾ ਕਿਸਾਨਾਂ ਦਾ ਯਾਰ, ਜੇ ਕਿਸਾਨਾਂ ਨਾਲ ਧੱਕਾ ਹੋ ਰਿਹਾ, ਕਿਸਾਨਾਂ ਨਾਲ ਖੜੋ। ਇੱਕ ਕਿਸਾਨ ਜਥੇਬੰਦੀਆਂ ਦਾ ਇਹ ਵੀ ਤੁਸੀਂ ਏਕੇ ਦੀ ਗੱਲ ਕੀਤੀ, ਕਿਤੇ ਨਾ ਕਿਤੇ ਲੋਕਾਂ ਦਾ ਡਰ ਵੀ ਹੁਣ ਹੈਗਾ। ਸੋਸ਼ਲ ਮੀਡੀਆ ਬੜਾ ਹਾਵੀ ਹੈ, ਉੱਥੇ ਲੋਕ ਨਾਲ ਦੀ ਨਾਲ ਕਮੈਂਟ ਕਰਕੇ ਦੱਸ ਦਿੰਦੇ ਆ ਤੁਸੀਂ ਕਿੱਥੇ ਗਲਤ, ਤੁਸੀਂ ਕਿਉਂਕਿ ਉਗਰਾਹਾਂ ਨੇ ਫੈਸਲਾ ਕੀਤਾ ਸੀ ਅਸੀਂ ਬਾਰਡਰ 'ਤੇ ਹੀ ਬੈਠਾਂਗੇ, 1 ਹਫ਼ਤੇ ਬਾਅਦ ਚੱਲਾਂਗੇ। ਪਰ ਜਦੋਂ ਇੱਕ ਸੋਸ਼ਲ ਮੀਡੀਆ 'ਤੇ ਲਹਿਰ ਖੜੀ ਹੋਈ ਤਾਂ ਉਗਰਾਹਾਂ ਨੇ ਫੈਸਲਾ ਕੀਤਾ ਕਿ ਅਸੀਂ ਕੱਲ੍ਹ ਹੀ ਦਿੱਲੀ ਵੱਲ ਚਾਲੇ ਪਾਵਾਂਗੇ। ਇਹ ਜਿਹੜੀ ਲੋਕਾਂ ਦੀ ਤਾਕਤ ਹੈ, ਜਿਹੜੀ ਇੱਕ ਪਲੇਟਫਾਰਮ 'ਤੇ ਇਕੱਠੀ ਹੋ ਕੇ ਮਜਬੂਰ ਕਰ ਦਿੰਦੀ ਹੈ, ਚਾਹੇ ਕੋਈ ਕਿਸਾਨ ਜਥੇਬੰਦੀ ਹੈ, ਚਾਹੇ ਕੋਈ ਸਿਆਸੀ ਧਿਰ ਹੈ, ਇਸ ਦੇ ਵੀ ਵੱਡੇ ਰੋਲ ਨੇ ਇਹਨਾਂ ਸੰਘਰਸ਼ਾਂ ਦੇ ਵਿੱਚ। ਬਿਲਕੁਲ ਜਦੋਂ ਸੰਘਰਸ਼ ਵੱਡਾ ਹੋ ਜਾਂਦਾ ਨਾ, ਤਾਂ ਜਿਹੜੇ ਸੰਘਰਸ਼ ਦੇ ਵਿੱਚ ਆਮ ਵਰਕਰ ਆਇਆ ਹੈ, ਉਹਦਾ ਲੀਡਰ 'ਤੇ ਵੀ ਪ੍ਰੈਸ਼ਰ ਆਉਂਦਾ। ਉੱਥੇ ਲੀਡਰਸ਼ਿਪ ਨੂੰ ਵੀ ਲੱਗਦਾ ਵੀ ਸਾਡੀ ਜਵਾਬਦੇਹੀ ਬਣੂਗੀ, ਨਹੀਂ ਅਸੀਂ ਅਗਲੇ ਆਉਣ ਵਾਲੇ ਸਮੇਂ 'ਚ ਅਸੀਂ ਕਿਤੇ ਨਾ ਕਿਤੇ ਮਾਰ ਖਾਵਾਂਗੇ। ਔਰ ਮੈਂ ਅੱਜ ਦੇਖਿਆ, ਅੱਜ ਮੈਂ ਵੀ TV ਦੇਖ ਰਿਹਾ ਸੀ, ਅੱਜ ਹਾਲਾਂਕਿ ਮੇਰਾ ਖਿਆਲ ਹੈ 40 ਤੋਂ ਵੱਧ ਉਹਦੇ ਵਿੱਚ ਗਏ ਨੇ। ਉਹ 'ਚ ਇੱਕ ਮੀਡੀਆ ਦਾ ਜਿਹੜਾ ਬੰਦਾ ਬੱਸ 'ਚ ਸੀ, ਅਤੇ ਉਹ ਵਾਰ-ਵਾਰ ਜਦੋਂ ਸਭ ਨੂੰ ਸਵਾਲ ਪੁੱਛਦਾ ਸੀ, ਇੱਕ ਵੀ ਵਿਅਕਤੀ ਨੇ ਕੋਈ ਗੱਲ ਨਹੀਂ ਕਹੀ। ਜਦੋਂ ਵਾਰ-ਵਾਰ ਪੁੱਛਦਾ ਸੀ ਵੀ ਅਗਲਾ ਤੁਹਾਡਾ ਕੀ ਹੋਊਗਾ, ਜੇ ਸਰਕਾਰ ਅੱਜ ਇਹ ਨਹੀਂ ਕਰਦੀ ਤੁਹਾਡਾ ਕੀ ਐਕਸ਼ਨ ਹੋਊਗਾ, ਤਾਂ ਹਰ ਇੱਕ ਦਾ ਮਤਲਬ ਵਾਜਬ ਜਵਾਬ ਇਹੀ ਸੀ ਕਿ ਫਿਰ ਬੈਠਾਂਗੇ ਅਸੀਂ, ਜੋ ਅਸੀਂ ਕਲੈਕਟਿਵਲੀ ਜੋ ਡਿਸੀਜਨ ਲਵਾਂਗੇ ਉਹ ਸਾਡਾ ਫੈਸਲਾ ਹੋਊਗਾ, ਮੈਂ ਇਕੱਲਾ ਕੌਣ ਆ ਫੈਸਲਾ ਲੈਣਾ। ਇਹੀ ਮੈਚੋਰਿਟੀ ਹੁੰਦੀ ਹੈ ਲੀਡਰਸ਼ਿਪ ਦੀ। ਔਰ ਮੈਨੂੰ ਲੱਗਦਾ ਇਸ ਵਿਸ਼ੇ 'ਤੇ ਲੀਡਰਸ਼ਿਪ ਬਹੁਤ ਹੀ ਹਾਲੇ ਤੱਕ ਮਤਲਬ ਬਹੁਤ ਹੀ ਮੈਚਿਓਰ ਤਰੀਕੇ ਨਾਲ, ਹੰਢੇ ਵਰਤੇ ਤਰੀਕੇ ਨਾਲ ਚੱਲ ਰਹੀ ਹੈ। ਔਰ ਆਸ ਕਰਦੇ ਹਾਂ ਕਿ ਇੱਦਾਂ ਹੀ ਚੱਲੇ। ਦੇਖੋ ਸੰਘਰਸ਼ ਹੈ ਨਾ, ਜਿਹੜਾ ਸੰਘਰਸ਼ 'ਚ ਪਰਸਨਲੀ ਮੈਨੂੰ ਲੱਗਦਾ ਕਿ ਕਈ ਵਾਰ ਇਨ ਵਿਨ ਜਿੱਤਣਾ ਬਹੁਤ ਔਖਾ ਹੋ ਜਾਂਦਾ। ਜੇ ਮੈਨੂੰ ਹਾਲੇ ਵੀ ਲੱਗਦਾ ਕਿ ਜੇ ਆਪਾਂ ਕਹੀਏ ਕਿ ਇਨ ਵਿਨ ਜੀ ਸਾਰੇ ਕਾਨੂੰਨ ਵਾਪਸ ਕਰਾਓ, ਸ਼ਾਇਦ ਕਿਤੇ ਨਾ ਕਿਤੇ ਜਦੋਂ ਆਪਾਂ ਨੈਗੋਸ਼ੀਏਸ਼ਨ 'ਚ ਬੈਠਦੇ ਹਾਂ ਕੋਈ ਨਾ ਕੋਈ ਸੈਂਟਰਲ ਪੁਆਇੰਟ ਲੱਭ ਜਾਂਦਾ ਹੈ, ਕਿਉਂਕਿ ਲੀਡਰਸ਼ਿਪ ਨੂੰ ਵੀ ਲੱਗਦਾ ਹੁੰਦਾ ਕਿ ਆਫਟਰ ਆਲ ਇੰਨੇ ਕਿਸਾਨਾਂ ਨੂੰ ਉੱਥੇ ਵਿਚਾਰਿਆਂ ਨੂੰ ਠੰਡ 'ਚ ਮਾਰਨਾ, ਆਪਦੇ ਘਰੇ ਕੰਮ ਕਰਨਾ, ਸਭ ਦੇ ਬਾਲ ਬੱਚੇ, ਅਤੇ ਕਿਸਾਨਾਂ ਨੂੰ ਬਹੁਤ ਹੀ ਮੈਚੋਰਿਟੀ ਨਾਲ ਇਸ ਚੀਜ਼ ਦਾ ਅਹਿਸਾਸ ਵੀ ਹੈ ਵੀ ਜਦੋਂ ਟ੍ਰੈਫਿਕ ਰੁਕਦੀ ਹੈ, ਕੋਈ ਲੋੜਵੰਦ ਨੇ, ਕਿਸੇ ਨੇ ਕੰਮ ਜਾਣਾ ਹੈ, ਉਹ ਸਾਰਾ ਕੁਛ ਜਿਹੜਾ ਹੈ ਨਾ, ਉਹ ਵੀ ਸਾਡੇ ਕਿਸਾਨ ਭਰਾ ਹੀ ਨੇ। ਉਹਨਾਂ 'ਚ ਵੀ ਮੰਨ ਲਓ ਕਿਸੇ ਦੇ ਬੱਚੇ ਨੇ ਬਾਹਰ ਜਾਣਾ, 2 ਲੱਖ ਰੁਪਏ ਦੀ ਟਿਕਟ ਲਈ ਹੈ, ਉਹ ਵੀ ਤਾਂ ਕਿਸਾਨ ਦਾ ਹੀ ਮੁੰਡਾ ਹੋਊਗਾ, ਉਹ ਵੀ ਮਜ਼ਦੂਰ ਦਾ ਹੀ ਮੁੰਡਾ ਹੋਊਗਾ, ਕਿਸੇ ਦਾ, ਉਹ ਵੀ ਸਾਡਾ ਹੀ ਭੈਣ ਭਰਾ ਹੋਊਗਾ। ਇਹ ਚੀਜ਼ਾਂ ਇਸ ਲੀਡਰਸ਼ਿਪ ਨੇ ਬਹੁਤ ਹੀ ਸਿਆਣੇ ਤਰੀਕੇ ਨਾਲ ਹਾਲੇ ਤੱਕ ਹੈਂਡਲ ਕੀਤੀਆਂ ਨੇ। ਅਤੇ ਉਹਦੇ ਵਿੱਚ ਕਈ ਵਾਰੀ ਮੇਨ ਮੁੱਦੇ ਜੋ ਮੈਨੂੰ ਲੱਗਦਾ ਇਹ ਹੁੰਦੇ ਆ ਕਿ ਮੇਜਰ ਜਿਹੜੀਆਂ ਗੱਲਾਂ ਨੇ, ਜੇ ਸਰਕਾਰ ਸਮਝੌਤਾ ਕਰਨਾ ਚਾਹੁੰਦੀ ਹੈ ਤਾਂ ਜੋ ਮੈਨੂੰ ਲੱਗਦਾ ਹੈ ਇਹ 3 ਪੱਖਾਂ 'ਚ ਸਮਝੌਤਾ ਹੋਊਗਾ।
ਉਹਦੇ ਵਿੱਚ ਇਹ ਹੋਊਗਾ ਕਿ ਦੋਨੇ ਧਿਰਾਂ ਦੀ ਜੇ ਕੋਈ ਸਹਿਮਤੀ ਹੋ ਜੇ ਵੀ ਆਹ ਮੰਗਾਂ ਅਸੀਂ ਮੰਨ ਲਈਆਂ, ਆਉਣ ਵਾਲੇ ਸਮੇਂ 'ਚ ਡਿਸਕਸ਼ਨ ਦਾ ਪਾਰਟ ਰਹਿਣਗੀਆਂ ਤੇ ਆਪਾਂ ਆਉਣ ਵਾਲੇ 15-20 ਦਿਨਾਂ 'ਚ ਮੰਨ ਲਵਾਂਗੇ, ਤੇ ਨੇ ਜਿਹੜੀਆਂ ਇਹ ਤੇ ਥੋਰੋਲੀ ਡਿਸਕਸ ਕਰਾਂਗੇ। ਤੁਸੀਂ ਵੀ ਸਟੈਂਡ ਨਾ ਲਓ, ਤੁਸੀਂ ਵੀ ਸਟੈਂਡ ਨਾ ਲਓ, ਜੇ ਉਦੋਂ ਆਪਾਂ ਸਾਰਿਆਂ ਨੂੰ ਠੀਕ ਲੱਗੀਆਂ। ਇਹ ਮੇਰੇ ਖਿਆਲ 'ਚ ਨੈਗੋਸ਼ੀਏਸ਼ਨ ਹਮੇਸ਼ਾ ਐ ਹੁੰਦੀ ਹੈ ਕਿ ਇਹਦੇ 3 ਪੜਾਅ ਬਣਾ ਕੇ ਮਤਲਬ ਤਾਂ ਇਹ ਗੱਲ ਸਿਰੇ ਚੜੂਗੀ। ਇਨ ਬਿਨ ਸਰਕਾਰ ਨੂੰ ਵੀ ਬਹੁਤ ਔਖਾ ਲੱਗਦਾ ਹੈ, ਕਿਉਂਕਿ ਜਿਹੜਾ ਪ੍ਰਧਾਨ ਮੰਤਰੀ ਨੇ 56 ਇੰਚ ਦਾ ਸੀਨਾ ਬਾਰ-ਬਾਰ ਪ੍ਰਚਾਰਿਆ ਹੈ ਨਾ, ਤੇ ਹੁਣ ਉਹ ਘਟਾ ਕੇ 52 ਦਾ ਕਰਨਾ ਜਾਂ 50 ਦਾ ਕਰਨਾ, ਉਹਨਾਂ ਨੂੰ ਵੀ ਬੜਾ ਔਖਾ ਲੱਗਦਾ ਹੋਏਗਾ। ਇੱਕ ਕਿਸਾਨ ਜਥੇਬੰਦੀਆਂ ਜਿਹੜੀ ਤੁਸੀਂ ਗੱਲ ਕੀਤੀ ਗਈ ਵੀ 3 ਪੁਆਇੰਟਾਂ 'ਤੇ ਗੱਲ ਹੋ ਸਕਦੀ ਹੈ ਕਿਸਾਨ ਜਥੇਬੰਦੀਆਂ ਨਾਲ, ਤਾਂ ਜੋ ਗੱਲ ਕਿਸੇ ਪਾਸੇ ਲੱਗ ਸਕਦੀ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ, ਕਿਸਾਨ ਆਗੂਆਂ ਦਾ, ਕਿ ਮੰਨ ਲਓ ਸਰਕਾਰ ਸਾਨੂੰ ਕੋਈ ਸੁਝਾਅ ਜਾਂ ਕੁਛ ਦੇ ਦਿੰਦੀ ਹੈ ਵੀ ਅਸੀਂ ਕਾਨੂੰਨ ਵਾਪਸ ਕਰ ਲਿਆ, ਕੁਛ ਵੀ ਇਦਾਂ ਦਾ ਹੋ ਗਿਆ, ਪਰ ਅਸੀਂ ਇਹ ਕੰਪਲੀਟ ਕਰਾ ਕੇ ਦਿੱਲੀ ਤੋਂ ਮੁੜਾਂਗੇ, ਐਂ ਨਾ ਹੋਵੇ ਸਰਕਾਰ ਨੇ ਕਹਿਤਾ ਅਸੀਂ ਮੰਨ ਲਿਆ ਸੰਘਰਸ਼, ਅਸੀਂ ਵਾਪਸ ਲੈ ਲਿਆ, ਕਿਉਂਕਿ ਫਿਰ ਦੁਬਾਰੇ ਐਡਾ ਸੰਘਰਸ਼ ਖੜਾ ਨਹੀਂ ਹੋਣਾ। ਨਹੀਂ, ਜਿਹੜਾ ਉਹ ਨਾ ਜੈਸਚਰ ਦੇਣਾ ਹੁੰਦਾ ਹੈ, ਜਿਵੇਂ ਮੰਨ ਲਓ ਸਰਕਾਰ ਅੱਜ ਹੀ ਕਵੇ ਕਿ ਜੀ ਅਸੀਂ ਜਿਹੜੀ MSP ਹੈ ਉਹ ਤੁਹਾਡੀ ਸਦਾ ਲਈ ਰਹੂਗੀ, ਬਿਜਲੀ ਕਾਨੂੰਨ ਅਸੀਂ ਵਾਪਸ ਲੈਂਦੇ ਹਾਂ, ਪਰਾਲੀ ਵਾਲਾ ਕਾਨੂੰਨ ਅੱਜ ਹੀ ਵਾਪਸ ਲੈਂਦੇ ਹਾਂ ਅਸੀਂ। ਮੰਨ ਲਓ ਇਹ 3, ਮੈਂ ਮੰਨ ਲਓ ਕਹਿ ਰਿਹਾ, ਮੰਨ ਲਓ ਇਹ 3 ਅੱਜ ਅਨਾਊਂਸ ਕਰ ਦੇਣ ਤੇ ਨਾਲ ਇਹ ਕਹਿਣ ਕਿ ਤੁਸੀਂ ਸਾਡੇ ਨਾਲ ਬੈਠੋ, ਆਪਾਂ ਅੱਜ ਅਨਾਊਂਸ ਕਰ ਦੇਣ ਕਿ ਇਸ ਤਰੀਕ ਨੂੰ ਆਪਾਂ ਇਜਲਾਸ ਦੁਬਾਰੇ ਬੁਲਾ ਰਹੇ ਹਾਂ, ਇਹ 'ਚ ਆਹ ਸੋਧਾਂ ਅਸੀਂ ਤੁਹਾਡੀਆਂ ਮੰਨ ਲਾਂਗੇ, ਤੇ ਜਿਹੜੀਆਂ ਸੋਧਾਂ ਦੇ ਵਿਚਾਰ ਕਰਨ ਵਾਲਾ ਹੈ ਇਹ ਆਪਾਂ ਅਗਲੀਆਂ ਮੀਟਿੰਗ 'ਤੇ ਓਪਨ ਮਾਈਂਡ ਨਾਲ ਤੁਸੀਂ ਵੀ ਆਓ, ਓਪਨ ਮਾਈਂਡ ਨਾਲ ਤੁਸੀਂ ਆਓ, ਇਹਨਾਂ 'ਤੇ ਆਪਾਂ ਵਿਚਾਰ ਕਰ ਲਾਂਗੇ। ਹਾਂ, ਮਤਲਬ ਸਰਕਾਰ ਵਿਸ਼ਵਾਸਯੋਗ ਕੰਮ ਤਾਂ ਕਰੇ ਨਾ, ਕਿ ਇੰਨੀ ਕੁ ਤਾਂ ਅਸੀਂ ਤੁਹਾਡੀ ਇਮੀਡੀਏਟ ਮੰਨ ਲਈ, ਇਹਨੂੰ ਆਪਾਂ ਵਿਚਾਲੇ ਰੱਖ ਲੈਂਦੇ ਹਾਂ, ਇਹਨੂੰ ਆਪਾਂ ਡਿਸਕਾਰਡ ਕਰ ਲੈਂਦੇ ਹਾਂ ਕਿ ਇਹ ਭਾਈ ਸਾਡੀ ਵੀ ਮੰਨ ਲਓ ਕੁਛ। ਘੱਟੋ ਘੱਟ ਸਰਕਾਰ ਦਾ ਲੋਕਾਂ 'ਚ ਜਿਹੜਾ ਵਿਸ਼ਵਾਸ ਰਹੂਗਾ ਉਹ ਤਾਂ ਰਹੂਗਾ ਸਰਕਾਰ ਆਪਣੇ ਵੱਲੋਂ ਕੁਛ ਜੈਸਚਰ ਇੱਦਾਂ ਦਾ ਦੇਵੇ ਕਿ ਹਾਂ ਅਸੀਂ ਕਿਸਾਨਾਂ ਦੇ ਪੱਖੀ ਕਰਨ ਜਾ ਰਹੇ ਸੀ, ਸਾਡੀ ਸੁਣੀ ਨਹੀਂ ਗਈ। ਪਰ ਜੇ ਸਰਕਾਰ ਜਿੱਦ ਹੈ ਕਿ ਅਸੀਂ ਤਾਂ ਕੋਈ ਸੁਣਨੀ ਹੋਈ ਨਹੀਂ। ਮਤਲਬ ਦੇਖੋ, ਇਹ ਸੱਚ ਹੈ ਕਿ ਕਿਸਾਨਾਂ ਦੇ 3 ਕਾਨੂੰਨਾਂ 'ਚ ਨਾ ਤਾਂ ਪਹਿਲਾਂ ਕਿਸਾਨਾਂ ਦੀ ਗੱਲ ਸੁਣੀ ਗਈ, ਤੇ ਜੇ ਨਾ ਹੁਣ ਸੁਣੀ ਜਾਂਦੀ ਹੈ ਤੇ ਫਿਰ ਅਸੀਂ ਕਿਵੇਂ ਮੰਨੀਏ, ਆਮ ਪਬਲਿਕ ਕਿਵੇਂ ਮੰਨੂਗੀ ਕਿ ਕਿਸਾਨਾਂ ਦੀ ਕੋਈ ਗੱਲ ਸੁਣੀ ਗਈ। ਇਸ ਦਾ ਪ੍ਰੈਸ਼ਰ ਹੈ ਜਿਹੜਾ ਉਹ ਸਰਕਾਰ 'ਤੇ ਆਊਗਾ, ਆਉਣਾ ਵੀ ਚਾਹੀਦਾ ਹੈ। ਦੂਸਰਾ, ਇਹ ਸਮਝਿਆ ਜਾਂਦਾ, ਮੈਨੂੰ ਇਹ ਲੱਗਦਾ ਕਿ ਸਰਕਾਰ ਨੇ ਇੱਕ ਗਲਤੀ ਕਰੀ ਹੈ, ਜਿਹੜਾ ਉਹਨਾਂ ਨੇ ਕਿਹਾ ਨਾ ਕਿ ਪਾਰਟੀਕੂਲਰਲੀ ਇੱਕ ਬੰਦੇ ਦਾ ਨਾਂ ਲੈ ਕੇ, ਜੋਗਿੰਦਰ ਯਾਦਵ ਦਾ, ਕਿ ਇਹ ਬੰਦੇ ਨੂੰ ਤੁਸੀਂ ਨਾਲ ਨਹੀਂ ਲੈ ਕੇ ਆਉਣਾ। ਮੇਰਾ ਖਿਆਲ ਉੱਥੇ ਕਿਸਾਨਾਂ ਤੋਂ ਗਲਤੀ ਹੋਈ ਹੈ, ਉਹਨਾਂ ਨੂੰ ਉਹਦੀ ਕਹਿਣਾ ਚਾਹੀਦਾ ਸੀ ਵੀ ਫਿਰ ਪਿਊਸ਼ ਕੁਮਾਰ ਨਹੀਂ ਹੋਊਗਾ, ਅਸੀਂ ਇਹਨੂੰ ਨਹੀਂ ਲੈ ਕੇ ਆਂਦੇ, ਤੁਸੀਂ ਤੁਹਾਡਾ ਇੱਕ ਮੰਤਰੀ ਕੱਢ ਦਿਓ। ਹਾਂ, ਜੇ ਪਿਊਸ਼ ਗੋਇਲ ਨਾ ਹੁੰਦਾ ਨਾ ਵਿੱਚ, ਕਿਉਂਕਿ ਸਮਝਿਆ ਇਹ ਜਾਂਦਾ ਕਿ ਪਿਊਸ਼ ਗੋਇਲ ਰਿਲੇਟਿਵਲੀ ਥੋੜ੍ਹਾ ਜਿਹਾ ਨਾ ਉਹਨੂੰ ਸਮਝ ਹੈ ਨੈਗੋਸ਼ੀਏਸ਼ਨ 'ਚ, ਉਹਨੂੰ ਕੁਛ ਸਟ੍ਰੈਟਜੀ 'ਚ ਕੁਛ ਕੰਮ ਆਉਂਦਾ, ਇਸੇ ਕਰਕੇ ਉਹਨੂੰ ਵਿੱਚ ਪਾਇਆ ਗਿਆ। ਮਤਲਬ ਉਹ ਮੈਨੂੰ ਲੱਗਦਾ ਨਹੀਂ ਉਹ ਹੋਣਾ ਨਹੀਂ ਚਾਹੀਦਾ ਕਿਸੇ ਵੀ ਤਰ੍ਹਾਂ, ਮਤਲਬ ਹੋਮ ਮਿਨਿਸਟਰ ਜਾਂ ਰਾਜਨਾਥ ਸਿੰਘ ਇਹਨਾਂ 'ਚੋਂ ਕੋਈ ਹੋਣਾ ਚਾਹੀਦਾ ਸੀ ਸੀਨੀਅਰ ਵਿਅਕਤੀ। ਰੇਲ ਮੰਤਰੀ ਦਾ ਤਾਂ ਬਣਦਾ ਵੀ ਨਹੀਂ ਹੈ ਨਾ ਕੋਈ। ਚਲੋ, ਜਦੋਂ ਤੱਕ ਰੇਲਾਂ ਦਾ ਮਸਲਾ ਸੀ, ਰੇਲਾਂ ਸੰਬੰਧੀ ਗੱਲ ਹੋ ਰਹੀ ਸੀ, ਤੁਸੀਂ ਮਾਲ ਗੱਡੀਆਂ ਨੂੰ ਅਲਾਓ ਕਰੋ, ਅਸੀਂ ਪੈਸੇਂਜਰ ਟ੍ਰੇਨ ਅਲਾਓ ਕਰਾਂਗੇ, ਉਦੋਂ ਤੱਕ ਚਲੋ ਬਣਦਾ ਸੀ ਕਿਤੇ। ਪਰ ਹੁਣ ਤਾਂ ਗ੍ਰਹਿ ਮੰਤਰੀ ਤੇ ਆਪਣਾ ਅਮਿਤ ਸ਼ਾਹ, ਰਾਜਨਾਥ ਸਿੰਘ, ਨਰਿੰਦਰ ਮੋਦੀ ਨਾਲ ਸਿੱਧੀ ਗੱਲ ਹੋਵੇ ਕਿਸਾਨਾਂ ਦੀ। ਇਹਦੀ ਇਹੀ ਗੱਲ ਹੈ ਕਿ ਇਹ ਜਿਹੜੀ ਇੱਕ ਮੈਨੂੰ ਇਹ ਵੀ ਲੱਗਦਾ ਕਿ ਜਿਹੜੀ ਅੱਜ ਮੀਟਿੰਗ ਪ੍ਰਧਾਨ ਮੰਤਰੀ ਨੇ ਲਈ ਹੈ ਨਾ, ਉਹਦਾ ਇਹੀ ਇੱਕ ਕਾਰਨ ਹੈ। ਜਦੋਂ ਇਹ ਜਿਹੜੇ ਮੰਤਰੀ ਸੀ, ਨਰਿੰਦਰ ਤੋਮਰ, ਪਿਊਸ਼ ਗੋਇਲ ਤੇ ਆਪਣਾ ਜਿਹੜਾ ਇਹ ਪੰਜਾਬ ਵਾਲੇ ਸੀਗੇ ਸੋਮ ਪ੍ਰਕਾਸ਼ ਜੀ, ਇਹ ਜਿਹੜੇ 3 ਮੰਤਰੀ ਨੇ ਜਦੋਂ ਇਹ ਗੱਲ ਕਰਨੀ ਆਉਂਦੇ ਨੇ, ਇਹ ਸਰਕਾਰ 'ਚ ਬਹੁਤ ਵੱਡੀਆਂ ਤੋਪਾਂ ਨਹੀਂ। ਇਹਨਾਂ ਨੂੰ ਤਾਂ ਦੇਖਣ ਤੋਂ ਹੀ ਲੱਗਦਾ ਵੀ ਸਰਕਾਰ ਸੀਰੀਅਸ ਨਹੀਂ ਹੈਗੀ ਗੱਲਬਾਤ ਕਰਨ ਨੂੰ, ਕਿ ਇਹਨਾਂ ਨੇ 2 ਦਰਜੇ ਦੇ ਸੈਕੰਡ ਦਰਜੇ ਦੀ ਟੀਮ ਭੇਜੀ ਹੈ। ਹਾਂ, ਕਿ ਵੀ ਤੁਸੀਂ ਇਹਨਾਂ ਨੂੰ ਕੰਮ ਲਾਈ ਰੱਖੋ। ਇਹ ਇੰਪ੍ਰੈਸ਼ਨ ਬਹੁਤ ਮਾੜਾ ਦਿੱਤਾ ਸਰਕਾਰ ਨੇ। ਜਿਹੜੀ ਅੱਜ ਪ੍ਰਧਾਨ ਮੰਤਰੀ ਨੇ ਮੀਟਿੰਗ ਲਈ ਹੈ, ਉਹ ਤੋਂ ਪਹਿਲੀ ਵਾਰੀ ਥੋੜ੍ਹਾ ਜਿਹਾ ਇੱਕ ਇਹ ਮੈਸੇਜ ਜ਼ਰੂਰ ਗਿਆ ਹੈ ਕਿ ਸ਼ਾਇਦ ਸਰਕਾਰ ਸੀਰੀਅਸ ਹੈ। ਮੈਂ ਨਹੀਂ ਕਹਿੰਦਾ ਵੀ ਫੈਸਲਾ ਕਰਨ 'ਤੇ ਮੁਕਾ ਦੂਗੀ ਕੋਈ, ਪਰ ਇੱਕ ਮੈਸੇਜ, ਸੰਦੇਸ਼ ਜ਼ਰੂਰ ਗਿਆ ਕਿ ਨਹੀਂ, ਹੁਣ ਸਰਕਾਰ ਵੀ ਗੱਲਬਾਤ ਕਰਨ ਲਈ ਸੀਰੀਅਸ ਹੈ, ਗੰਭੀਰ ਹੈ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਇੱਥੇ ਸਰਕਾਰ ਨੇ ਕੁਛ ਜਿਹੜਾ ਸੁਨੇਹਾ ਗਲਤ ਦਿੱਤਾ ਹੈ। ਇਸ ਕਮੇਟੀ ਦੇ ਵਿੱਚ ਜਦੋਂ ਕਿਸਾਨਾਂ ਨਾਲ ਐਡੀ ਵੱਡੀ ਗੱਲ ਹੋਣੀ ਸੀ ਮੁਕਾਉਣ ਵਾਲੀ, ਉਹਦੇ ਵਿੱਚ ਮਤਲਬ ਫਿਰ ਇੱਕ ਸੁਨੇਹਾ ਜਾਂਦਾ ਕਿ ਹੁਣ ਗੱਲ ਮੁਕਾਉਣ ਲਈ ਆਏ ਹਾਂ ਆਪਾਂ। ਜੇ ਵੈਸੇ ਹੀ ਬੈਠੇ ਹਾਂ ਵੀ ਹਲੇ ਤਾਂ ਦੇਖਦੇ ਹਾਂ ਵੀ ਤੇਰੇ ਅੰਦਰ ਕੀ ਹੈ, ਮੇਰੇ ਅੰਦਰ ਕੀ ਹੈ, ਪਹਿਲਾਂ ਕਈ ਵਾਰੀ ਇੱਦਾਂ ਦੀ ਐਕਸਰਸਾਈਜ਼ ਕਰਦੇ ਆ ਨਾ। ਇਹ ਮੈਸੇਜ ਇਹ ਗਿਆ ਕਿ ਇਹ ਸਰਕਾਰ ਸੀਰੀਅਸ ਨਹੀਂ, ਹਲੇ ਤਾਂ ਵੈਸੇ ਹੀ ਅੰਦੋਲਨ ਨੂੰ ਤੋੜ ਮਰੋੜ ਦੀ, ਕੁਛ ਕਰਨ ਦੀ, ਇੱਦਾਂ ਦੀਆਂ ਗੱਲਾਂ ਕਰ ਰਹੀ ਹੈ।
ਸੋ ਉਹਦੇ ਨਾਲ ਕਿਸਾਨਾਂ ਦੇ ਵਿੱਚ ਜ਼ਰੂਰ ਖਲਬਲੀ ਮਚੂਗੀ ਵੀ ਜੇ ਤੁਸੀਂ ਸੀਰੀਅਸ ਹੀ ਨਹੀਂ ਹੈਗੇ ਫਿਰ ਮਤਲਬ ਹਾਲੇ ਗੱਲ ਕੀ ਕਰੀਏ ਤੁਹਾਨੂੰ। ਸੋ ਧੰਨਵਾਦ ਪ੍ਰੋਫੈਸਰ ਸਾਹਿਬ, ਤੁਸੀਂ ਬਣੇ ਹੋਏ ਸਾਡੇ ਨਾਲ ਚੈਨਲ ਪੰਜਾਬੀ ਡਾਕ ਤੇ। ਥੈਂਕ ਯੂ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਭਾਈ। ਇਹ ਸਨ ਸਾਡੇ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਰਣ ਸਿੰਘ ਧਾਲੀਵਾਲ, ਜਿਨ੍ਹਾਂ ਨੇ ਤੁਹਾਨੂੰ ਇਸ ਵਾਰ ਵੀ ਬੜੀ ਮਹੱਤਵਪੂਰਨ ਗੱਲਾਂ ਦੱਸੀਆਂ ਕਿ ਸਰਕਾਰ ਆਖਰ ਝੁਕਦੀ ਕਿਉਂ ਨਹੀਂ। ਸਰਕਾਰ ਜਦੋਂ ਪੰਜਾਬ ਹਰਿਆਣਾ ਤੋਂ ਬਾਅਦ ਅਲੱਗ-ਅਲੱਗ ਸੂਬੇ ਵਿਰੋਧ ਕਰ ਰਹੇ ਨੇ ਨਾ ਖੇਤੀ ਕਾਨੂੰਨਾਂ ਨੂੰ ਵਾਪਸ ਕਰਾਉਣ ਦੀ ਮੰਗ ਕਰ ਰਹੇ ਨੇ, ਤਾਂ ਸਰਕਾਰ ਇੱਕ ਗੱਲ ਤੇ ਅੜੀ ਹੋਈ ਕਿਉਂ ਹੈ? ਕਿਉਂਕਿ ਲੋਕਤੰਤਰ ਦੇ ਵਿੱਚ ਲੋਕਾਂ ਦੁਆਰਾ ਸਰਕਾਰਾਂ ਚੁਣੀ ਜਾਂਦੀਆਂ, ਲੋਕਾਂ ਲਈ ਸਰਕਾਰਾਂ ਚੁਣੀ ਜਾਂਦੀਆਂ ਨੇ, ਪਰ ਸਰਕਾਰਾਂ ਕਿਤੇ ਨਾ ਕਿਤੇ ਹੁਣ ਅੜੀ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਸਰਕਾਰਾਂ ਪਹਿਲਾਂ ਵੀ ਅੜੀਆਂ ਕਰਦੀਆਂ ਰਹੀਆਂ ਨੇ, ਪੰਜਾਬੀ ਸੂਬਾ ਹੋ ਗਿਆ, ਅਲੱਗ-ਅਲੱਗ ਆਪਣੇ ਕੋਲ ਪੜਾਅ ਨੇ, ਸੰਘਰਸ਼ ਨੂੰ ਆਪਾਂ ਦੇਖਦੇ ਹਾਂ, ਇਤਿਹਾਸ ਦੇ ਨਜ਼ਰੀਏ ਨਾਲ ਦੇਖਦੇ ਹਾਂ। ਪਰ ਦੇਖਣ ਵਾਲਾ ਹੋਵੇਗਾ ਕਿ ਮੀਟਿੰਗਾਂ ਤੋਂ ਬਾਅਦ ਫੈਸਲਾ ਕੀ ਨਿਕਲਦਾ। ਜੋ ਫੈਸਲਾ ਹੋਊਗਾ, ਜੋ ਕਿਸਾਨਾਂ ਦੀ ਸਰਕਾਰ ਦੀ ਗੱਲਬਾਤ ਹੋਊਗੀ, ਅਸੀਂ ਆਪਣੇ ਚੈਨਲ ਜਰੀਏ, ਚੈਨਲ ਪੰਜਾਬੀ ਡਾਕ ਜਰੀਏ ਤੁਹਾਡੇ ਨਾਲ ਲਗਾਤਾਰ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਹੋ ਸਾਡੇ ਨਾਲ ਚੈਨਲ ਪੰਜਾਬੀ ਡਾਕ ਤੇ। ਮੈਂ ਗੁਰਜਿੰਦਰ ਸਿੰਘ, ਕੈਮਰਾਮੈਨ ਜਸਪ੍ਰੀਤ ਦੇ ਨਾਲ।